ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ, ਤੁਹਾਡਾ ਸਾਰਿਆਂ ਦਾ ਸਵਾਗਤ ਕਰੰਟ ਨਿਊਜ਼ ਐਂਡ ਵਿਊਜ਼ ਦੇ ਵਿੱਚ। मैं जतिंदर सिंह खैरा और साथियां संजीव जी हुणा दा। संजीव जी बड़ा धमाकेदार इंट्रो है। ਹੁਣ ਇਦਾਂ ਲੱਗਦਾ ਕਿ ਤੁਸੀਂ ਐਨ ਕਿਤੇ ਸਿੱਖ ਕੇ ਆਏ ਹੋ ਕਿਸੇ ਪ੍ਰਾਈਵੇਟ ਚੈਨਲ ਤੋਂ, ਜਿੱਥੇ ਘੰਟੇ 'ਚ 100 ਖਬਰਾਂ ਦੇਣੀਆਂ ਤੇ ਘੰਟੇ 'ਚ 200 ਖਬਰਾਂ ਦੇਣੀਆਂ। ਮੈਂ ਚਾਹੁੰਦਾ ਕਿ ਪੰਜਾਬ ਦੀ ਰਾਜਨੀਤੀ ਦੇ ਵਿੱਚ ਨਾ ਇੰਨੀ ਤੇਜ਼ੀ ਆ ਜਾਏ ਕਿ ਫਟਾਫਟ ਸਾਰੇ ਮਸਲੇ ਹੱਲ ਹੋਣ ਤੇ ਫਟ ਇੱਕ ਸੁਨਹਿਰੀ ਭਵਿੱਖ ਸਾਡੇ ਸਾਹਮਣੇ ਹੋਵੇ। ਜੀ ਚਲੋ ਉਮੀਦ ਕਰਦੇ ਹਾਂ ਕਿ ਉਮੀਦ ਅੱਗੇ ਲక్ష్ਮੀ ਤੇ ਪੱਖੇ ਅੱਗੇ ਪਾਉਣ। ਸੋ ਵਧੀਆ ਗੱਲ ਆ, ਅੱਜ ਪੋਜ਼ਿਟਿਵ ਨੋਟ ਤੇ ਸ਼ੁਰੂ ਕਰ ਰਹੇ ਹਾਂ ਅਸੀਂ। ਪਰ ਕਹਿੰਦੇ ਆ ਕਿ ਕੇਂਦਰ ਦਾ ਜਿਹੜਾ ਰੁੱਖ ਆ ਪੰਜਾਬ ਦੇ ਲਈ ਨਾ, ਉਹ ਥੋੜਾ ਜਿਹਾ ਕਹਿੰਦੇ ਹੁਣ ਸਾਹਮਣੇ ਆਉਣਾ ਸ਼ੁਰੂ ਹੋ ਗਿਆ। ਉਹ ਤਾਂ ਆਉਣਾ ਹੀ ਹੈ। ਪੰਜਾਬ ਕਹਿੰਦੇ ਪਹਿਲਾਂ ਤੋਂ ਹੀ ਸ਼ਿਕਾਇਤ ਲਾਉਂਦਾ ਰਿਹਾ ਕਿ ਇਹ ਮਤਰੇ ਪੁੱਤ ਵਾਲਾ ਹਾਲ ਕਰਦਾ ਆ ਕੇਂਦਰ ਸਾਡੇ ਨਾਲ। ਚਾਹੇ ਕੇਂਦਰ ਦੇ ਵਿੱਚ ਕਾਂਗਰਸ ਹੋਵੇ, ਚਾਹੇ ਹੁਣ ਸੰਘ ਦੀ ਜਿਹੜੀ ਭਾਜਪਾ ਆ, BJP ਜਿਹੜੀ ਆ ਉਹ ਕਾਬਜ਼ ਹੈ 2014 ਤੋਂ। ਪੰਜਾਬ ਦੇ ਨਾਲ ਇਹ ਵਿਤਕਰਾ ਕਿਉਂ? ਤੇ ਹੁਣ ਪੰਜਾਬ ਨੂੰ UT 'ਚ ਬਦਲਣ ਦੀਆਂ, ਕਿਉਂਕਿ ਪਿਛਲੇ ਖੁਰੀਆਂ ਗੱਲਾਂ ਆ ਹਨਾ, ਕਹਿੰਦੇ ਕਿ ਪੰਜਾਬ ਨੂੰ ਵੀ ਹੁਣ UT 'ਚ ਬਦਲਣ ਦੀਆਂ ਤਿਆਰੀਆਂ ਚੱਲ ਰਹੀਆਂ। ਨਹੀਂ, ਇਹ ਤਾਂ ਨਹੀਂ ਹੋ ਸਕਦਾ ਕਦੀ ਵੀ ਕਿ ਪੰਜਾਬ ਨੂੰ UT ਬਣਾ ਦਿੱਤਾ ਜਾਵੇ। ਖੈਰ, ਸਾਡੀ ਰਾਜਧਾਨੀ ਜ਼ਰੂਰ UT ਆ, ਬਟ ਜੋ ਹੁਣ ਰਾਜਧਾਨੀ ਦੇ ਵਿੱਚ ਵੀ ਕੀਤਾ ਗਿਆ ਕਿ ਜੋ ਮੁਲਾਜ਼ਮਾਂ ਨੂੰ ਸੈਂਟਰ ਗਵਰਨਮੈਂਟ ਦੇ ਮੁਲਾਜ਼ਮ ਬਣਾ ਕੇ ਰੱਖ ਦਿੱਤਾ, 60% ਜੋ ਸਾਡੇ ਪੰਜਾਬ ਦੇ ਉੱਤੇ ਹੈਗੇ ਨੇ, ਇਹ ਵੀ UT ਵਾਲਾ ਹੀ ਹਿਸਾਬ ਕਰਦੇ ਪਏ ਨੇ। ਪਰ ਦੇਖੋ, ਉਹੀ ਮੈਂ ਗੱਲ ਕਹਿ ਰਿਹਾ, ਤੁਸੀਂ ਕਹਿੰਦੇ ਨਹੀਂ ਹੋ ਸਕਦਾ। ਨਹੀਂ, ਸੂਬਾ ਤਾਂ ਨਹੀਂ ਨਾ ਪੰਜਾਬ 60% ਹਿੱਸਾ ਪੰਜਾਬ ਦਾ ਜਿਹੜਾ ਚੰਡੀਗੜ੍ਹ ਦੇ ਵਿੱਚ ਹੈ, 40 ਤੁਸੀਂ ਲਾ ਲਓ। ਜਿਹੜੇ 60% ਉੱਥੇ ਮੁਲਾਜ਼ਮ ਬੈਠੇ ਨੇ ਨਾ ਸਾਡੇ, ਜਿਹੜਾ ਬਾਕੀ ਪੰਜਾਬੀ ਸੂਬਾ ਉਹਨੂੰ ਤਾਂ ਕਦੇ UT ਬਣਾ ਨਹੀਂ ਸਕਦੇ। ਇਹ ਤਾਂ ਸੂਬਾ ਹੀ ਰਹਿਣਾ, ਬਾਰਡਰ ਸਟੇਟ ਆ ਸਾਡੀ, ਇਹ ਤਾਂ ਸੂਬਾ ਹੀ ਰਹੇਗਾ, ਕਿਉਂਕਿ ਪੰਜਾਬੀਆਂ ਨੇ ਗੱਲ ਮੰਨਣੀ ਨਹੀਂ ਕਦੀ ਵੀ ਨਹੀਂ। ਦੇਖੋ, ਜੇ ਤਾਂ ਹੁਣ ਮੰਨਣੀ ਤਾਂ ਜੰਮੂ ਕਸ਼ਮੀਰ ਵਾਲਿਆਂ ਨੇ ਵੀ ਨਹੀਂ ਸੀਗੀ, ਮੰਨਣੀ ਤਾਂ ਲੱਦਾਖ ਵਾਲਿਆਂ ਨੇ ਵੀ ਨਹੀਂ ਸੀਗੀ, ਧੱਕਾ ਤੇ ਕਰ ਲਿਆ ਨਾ ਉਹਨਾਂ ਨੇ। ਸੋ ਹੁਣ ਇਹ ਦੇਖੋ, ਤੁਸੀਂ ਸ਼ਾਇਦ ਪੜਿਆ ਹੋਣਾ ਆ ਪੁਨਰਗਠਨ ਐਕਟ, ਜਿਹੜਾ ਰੀਹੈਬਿਲਿਟੇਸ਼ਨ 1966 ਪੰਜਾਬ ਦਾ 1900 ਜਿਹੜਾ ਆ, ਉਹਦੇ ਤਹਿਤ ਤੇ ਇਹ ਵੀ ਸਾਰਾ ਕੁਝ ਕੀਤਾ ਇਹਨਾਂ ਨੇ ਕਿ ਜਿਹੜੇ EMPLOYE ਜਿਹੜੇ ਨੇ ਉਹ ਆਪਣੇ ਅੰਦਰ ਲੈ ਲਏ ਆ। ਉਹ ਵੀ ਗਲਤ ਆ। ਫਿਰ ਗਲਤ ਤਾਂ ਹੈ, ਪਰ ਹਜੇ ਗੱਲਬਾਤ ਚੱਲੂਗੀ, ਹਜੇ ਮੁੱਦੇ ਉੱਠਣਗੇ। ਕੋਈ ਐਸੀ ਗੱਲ ਤਾਂ ਨਹੀਂ ਕਿ ਇਸ ਚੀਜ਼ ਨੂੰ ਵਾਪਸ ਨਹੀਂ ਲਿੱਤਾ ਜਾ ਸਕਦਾ। ਸਭ ਕੁਝ ਹੋ ਸਕਦਾ, ਕਾਨੂੰਨੀ ਤੌਰ ਤੇ ਸਭ ਕੁਝ ਹੋ ਸਕਦਾ ਹੈ। ਹਾਂ, ਠੀਕ ਹੈ ਕਿ ਬਾਰਡਰ ਸਟੇਟ ਹੋਣ ਕਰਕੇ 50 ਕਿਲੋਮੀਟਰ ਦਾ ਇਲਾਕਾ ਦੇ ਦਿੱਤਾ ਗਿਆ BSF ਨੂੰ। ਉਹ ਵੀ ਇੱਕ ਤਰ੍ਹਾਂ ਨਾਲ ਇਨਡਾਇਰੈਕਟਲੀ ਸੈਂਟਰ ਦਾ ਹੀ ਕਬਜ਼ਾ ਆਪਾਂ ਮੰਨ ਸਕਦੇ ਹਾਂ। ਮਤਲਬ ਇੱਦਾਂ ਦੀਆਂ ਕਈ ਚੀਜ਼ਾਂ ਚੱਲ ਰਹੀਆਂ ਨੇ। ਇੱਕ ਤਾਂ BSF ਦੀ ਗੱਲ ਹੋ ਗਈ, ਦੂਸਰਾ ਸਾਡਾ ਪੰਜਾਬ ਦਾ ਜਿਹੜੀ ਰਾਜਧਾਨੀ ਆ ਉਹਦੇ ਵਿੱਚ ਜਿਹੜੇ ਮੁਲਾਜ਼ਮ ਨੇ ਉਹਨਾਂ ਦੀ ਗੱਲ ਹੋ ਗਈ, ਤੀਜੀ ਗੱਲ ਹੋ ਗਈ ਜਿਹੜੀ ਇਹ ਮੀਟਰਾਂ ਦੀ ਗੱਲ ਕੀਤੀ ਕਿ ਇਹ ਸਾਰੇ ਪ੍ਰੀਪੇਡ ਮੀਟਰ ਲਗਾਉਣੇ ਦੇਣੇ ਚਾਹੀਦੇ ਨੇ। ਸਿਰਫ ਪ੍ਰੀਪੇਡ ਮੀਟਰ ਕਿਵੇਂ ਹੋ ਸਕਦਾ ਪੰਜਾਬ ਦੇ ਵਿੱਚ? ਜਿਵੇਂ ਆਪਾਂ ਮੋਬਾਈਲ ਚਾਰਜ ਨਹੀਂ ਆਪਾਂ ਕਰਵਾਉਂਦੇ ਉਵੇਂ। ਪਰ ਉਹਦਾ ਕਿੱਦਾਂ ਲਿੰਕ ਹੋ ਸਕਦਾ UT ਦੇ ਨਾਲ? ਉਹਦਾ ਲਿੰਕ UT ਨਾਲ ਨਹੀਂ। ਇੱਕ ਮਸਲੇ ਮੈਂ ਤੁਹਾਨੂੰ ਦੱਸਦਾ ਪਿਆ, ਜਿਹੜੇ ਪੰਜਾਬ ਦੇ ਨਾਲ ਤੁਸੀਂ ਕਹਿਣਾ ਮਤਰਿਆ ਵਿਵਹਾਰ ਹੁੰਦਾ ਪਿਆ, ਉਹ UT ਨਾਲ ਮਸਲਾ ਨਹੀਂ, ਪਰ ਇੱਕ ਤਰ੍ਹਾਂ ਨਾਲ ਚੱਕਰ 'ਚ ਤੇ ਪਾ ਦਿੱਤਾ ਨਾ। ਹੁਣ 85,000 ਕਰੋੜ ਦਾ ਖਰਚਾ ਹੈ ਜੇ ਇਦਾਂ ਦੇ ਮੀਟਰ ਲਗਾਏ। ਪਰ ਚਲੋ, ਸਾਡੇ ਜਿਹੜੇ ਮੰਤਰੀ ਸਾਹਿਬ ਨੇ ETO ਸਿਰਫ 15% ਦੇਏਗਾ ਸੈਂਟਰ, ਬਾਕੀ ਸਾਰੇ ਦਾ ਸਾਰਾ ਬੋਝ ਪਏਗਾ ਸਟੇਟ ਗਵਰਨਮੈਂਟ ਦੇ ਉੱਤੇ। ਪਰ ਸਾਡੇ ਮੰਤਰੀ ਸਾਹਿਬ ਨੇ ਕੱਲ ਕਹਿ ਦਿੱਤਾ, ਜੇ ਤੁਸੀਂ ਸਟੇਟਮੈਂਟ ਵੇਖੀ ਹੋਣੀ, ਉਹਨਾਂ ਨੇ ਕਹਿ ਦਿੱਤਾ ਵੀ ਕੋਈ ਇੱਥੇ ਪ੍ਰੀਪੇਡ ਮੀਟਰ ਨਹੀਂ ਲੱਗਣੇ, ਸਮਾਰਟ ਮੀਟਰ ਲੱਗਣਗੇ, ਚਿਪ ਵਾਲੇ ਮੀਟਰ ਲੱਗਣਗੇ, ਸਮਾਰਟ ਹੋਣਗੇ, ਪਰ ਕੋਈ ਪ੍ਰੀਪੇਡ ਵਾਲਾ ਪਲਾਨ ਨਹੀਂ ਹੈ। ਇਹ ਵੀ ਇੱਕ ਸਟੇਟਮੈਂਟ ਹੈ ਉਹਨਾਂ ਦੀ। ਕਿਉਂਕਿ ਕਿੱਥੇ ਕਿੱਥੇ ਲਾਓਗੇ? ਉੱਥੇ ਕਿਸਾਨ ਹੈਗੇ ਨੇ, ਟਿਊਬਲ ਤੇ ਲਾ ਕੇ ਆਓਗੇ, ਕਿੱਥੇ ਕਿੱਥੇ ਲਾਓਗੇ? ਖੇਤੀਬਾੜੀ ਨੂੰ ਨਹੀਂ ਅਸੀਂ ਬਚਾ ਕੇ ਰੱਖਣਾ। ਮਤਲਬ ਇਹ ਹੈ ਕਿ ਅਜੀਬ ਜੀਆਂ ਗੱਲਾਂ ਹੋ ਰਹੀਆਂ। ਅੱਛਾ, ਚਲੋ ਆਪਾਂ ਕੇਂਦਰ ਦੇ ਉੱਤੇ ਰਹਿੰਦੇ ਆ। ਕੇਂਦਰ ਕਹਿੰਦਾ ਆ ਕਿ ਪੰਜਾਬ ਦੇ ਨਾਲ ਬੜੇ ਸਾਰੇ ਅਸੀਂ ਚੰਗੇ ਵਿਵਹਾਰ ਕੀਤੇ ਆ, ਪਰ ਲੱਗਦਾ ਕੁਝ ਨਹੀਂ ਹੈਗਾ। ਹੁਣ ਜੀ ਆਪਾਂ UT ਦੀ ਗੱਲ ਤੇ ਕਰਦੇ ਹੀ ਸੀਗੇ, ਤੇ ਨਾਲ ਭਾਖੜਾ ਬੈਨ ਮੈਨੇਜਮੈਂਟ ਜਿਹੜਾ ਬੋਰਡ ਹੈ ਉਹਦੇ ਚੋਂ ਪੰਜਾਬ ਨੂੰ ਬਾਹਰ ਕੱਢ ਦੇਣਾ, ਮਾਈਨਸ ਕਰਤਾ ਹੈ ਨਾ। ਇੱਕ ਇਹ ਵੀ ਵੱਡੀ ਗੱਲ ਆ। ਹੁਣ ਤੀਸਰੀ ਗੱਲ ਪੰਜਾਬ ਨੇ ਕਿਹਾ ਸੀ, ਕਿਉਂਕਿ ਹੁਣ ਪੰਜਾਬ ਦੇ ਵਿੱਚ ਥੋੜੇ ਦਿਨਾਂ ਤੋਂ ਅਸੀਂ ਪਤਾ ਹੈ ਕਿ ਕੋੜਾ ਸੰਕਟ ਜਿਹੜਾ ਆ ਉਹ ਬਹੁਤ ਜ਼ਿਆਦਾ ਸ਼ਦੀਦ ਆ, ਬਿਲਕੁਲ ਹਾਈ ਆ, ਹੈ ਨਾ। ਤੇ ਕੋੜਾ ਸੰਕਟ ਦਾ ਕਰਕੇ ਅਸੀਂ ਬੜੇ ਚਿਰ ਤੋਂ, ਪਿਛਲਾ ਸਾਲ ਕਿ ਲਾ ਲਓ ਪਹਿਲਾਂ, ਜਿਹੜਾ ਆ ਇੱਕ ਰਿਕੁਐਸਟ ਪਾਈ ਸੀ, ਕਿਉਂਕਿ ਕੇਂਦਰ ਦੇ ਕੋਲ ਇੱਕ ਪਾਵਰ ਅਲਾਟਮੈਂਟ ਹੁੰਦੀ ਆ, ਜਿੱਦਾਂ ਬਹੁਤ ਸਾਰੇ ਜਿਹੜੇ ਉਸ ਪੂਲ 'ਚੋਂ ਅਸੀਂ ਲੈ ਸਕਦੇ ਹਾਂ, ਤੇ ਬਹੁਤ ਸਾਰੇ ਜਿਹੜੀਆਂ ਸਟੇਟਸ ਆ ਜਿਨ੍ਹਾਂ ਨੂੰ ਨਹੀਂ ਚਾਹੀਦੀਆਂ ਹੁੰਦੀਆਂ, ਜਿਹੜੀਆਂ ਆਪਾਂ ਕਹਿ ਲਈਏ ਕਿ ਨੌਨ ਐਗਰੀਕਲਚਰ ਸਟੇਟਸ ਨੇ ਨਾ, ਸੈਂਟਰ ਪੂਲ 'ਚੋਂ ਮਿਲ ਸਕਦੇ, ਸੈਂਟਰ ਪੂਲ 'ਚੋਂ। ਹਾਂ, ਤੇ ਉਹ ਨੌਨ ਐਗਰੀਕਲਚਰਸ ਜਿਹੜੀਆਂ ਸਟੇਟਸ ਜਿਹੜੀਆਂ ਹੁੰਦੀਆਂ ਨੇ ਨਾ, ਉਹ ਛੱਡ ਦਿੰਦੀਆਂ ਆਪਣਾ ਪੂਲ, ਆਪਣਾ ਹਿੱਸਾ ਛੱਡ ਦਿੰਦੀਆਂ, ਫਿਰ ਉਹ ਅਸੀਂ ਰਿਕੁਐਸਟ ਪਾ ਕੇ ਉਹ ਪੂਲ 'ਚੋਂ ਲੈ ਸਕਦੇ। ਹਾਂਜੀ। ਸੋ ਅੱਜ ਖਬਰ ਜਿਹੜੀ ਸੁਣਨ ਨੂੰ ਮਿਲੀ ਹੈ ਕਿ ਪੰਜਾਬ ਨੂੰ ਨਹੀਂ ਸਗੋਂ ਦਿੱਤੀ, ਕਿਉਂਕਿ ਪੰਜਾਬ ਨੇ ਹਰਿਆਣਾ ਤੋਂ ਪਹਿਲਾਂ ਦੀ ਰਿਕੁਐਸਟ ਪਾਈ ਸੀ ਕਿ ਸਾਨੂੰ 750 ਮੈਗਾਹਰਟ ਜਿਹੜੀ ਹੈ ਉਹ ਦੇ ਦਿਓ ਬਿਜਲੀ, ਤੇ ਸਾਨੂੰ ਨਾ ਦੇ ਕੇ ਸਾਡੇ ਤੋਂ ਮਗਰੋਂ ਹਰਿਆਣੇ ਨੇ ਜਿਹੜੀ ਪਾਈ ਸੀ ਰਿਕੁਐਸਟ, ਉਹਨਾਂ ਨੂੰ 772 ਜਿਹੜੀ ਮੈਗਾਵਾਟ ਹੈ ਉਹ ਦੇ ਦਿੱਤੀ ਹੈ। ਇਹ ਵੀ ਇੱਕ ਤਰੀਕੇ ਦੇ ਨਾਲ ਤੁਹਾਨੂੰ ਲੱਗਦਾ ਨਹੀਂ ਕਿ ਸਿੱਧਾ ਪੰਜਾਬ ਦੇ ਉੱਤੇ ਖੈਰ ਅਸਰ ਇਹ ਹੈ ਕਿ
ਇਕਨੋਮੀ ਤੋਂ ਪਹਿਲਾਂ ਇੱਕ ਸ਼ਬਦ ਜੋੜਿਆ ਜਾਂਦਾ ਪੋਲੀਟੀਕਲ ਇਕਨੋਮੀ। ਪੋਲੀਟੀਕਲ ਇਕਨੋਮੀ ਦਾ ਮਤਲਬ ਇਹ ਹੁੰਦਾ ਕਿ ਸਾਨੂੰ ਕਿੱਥੇ ਕਿੰਨਾ ਖਰਚਾ ਕਰਨਾ ਚਾਹੀਦਾ, ਪੋਲੀਟੀਕਲੀ ਸਾਨੂੰ ਕੀ ਫਾਇਦਾ ਹੋਣਾ, ਠੀਕ ਆ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈਗੀ ਆ ਪੰਜਾਬ ਦੇ ਵਿੱਚ, ਹਰਿਆਣੇ ਦੇ ਵਿੱਚ ਕੌਣ ਬੈਠੀ ਆ? ਬੀਜੇਪੀ ਆ। ਤਾਂ ਬੀਜੇਪੀ ਠੀਕ ਹੈ। ਜਿਹੜੀਆਂ ਨਾਨ ਬੀਜੇਪੀ ਸਟੇਟਸ ਨੇ ਉਹਨਾਂ ਦੇ ਨਾਲ ਜ਼ਿਆਦਾ ਸੈਂਟਰ ਦਾ ਰਹਿੰਦਾ ਨਹੀਂ ਹੈਗਾ। ਸਿਰਫ ਜਿਹੜੀਆਂ ਬੀਜੇਪੀ ਡੋਮੀਨੇਟਡ ਸਟੇਟਸ ਨੇ, ਜਿੱਥੇ ਬੀਜੇਪੀ ਦੀ ਸਰਕਾਰ ਹੈ, ਉੱਥੇ ਉਹਨਾਂ ਨੇ ਜ਼ਿਆਦਾ ਸਹੂਲਤਾਂ ਦੇਣੀਆਂ ਹੁੰਦੀਆਂ ਨੇ, ਕਿਉਂਕਿ ਆਪਣੇ ਆਪ ਨੂੰ ਜ਼ਿਆਦਾ ਰੈਗੂਲੇਟ ਕਰਨਾ, ਤੇ ਬਾਕੀ ਥਾਵਾਂ ਤੇ ਸਰਕਾਰਾਂ ਨੂੰ ਚੱਲਣ ਨਹੀਂ ਦੇਣਾ। ਕਿਉਂ? ਕਿਉਂਕਿ ਜੇ ਉਹ ਪਰਫਾਰਮ ਕਰ ਗਈਆਂ ਤੇ ਫਿਰ ਉਹ ਅੱਗੇ ਵੱਧ ਸਕਦੀਆਂ। ਹੁਣ ਜੇ ਆਮ ਆਦਮੀ ਪਾਰਟੀ ਨੂੰ ਇਹ ਦੂਜਾ ਸੂਬਾ ਮਿਲਿਆ ਨਾ, ਪਹਿਲਾਂ ਤੇ ਚਲੋ ਦਿੱਲੀ ਦੇ ਵਿੱਚ ਬੈਠੇ ਨੇ, ਉਹ ਵੀ ਜਿੰਨਾ ਇਲਾਕਾ ਉਹਨਾਂ ਦੇ ਕੋਲ ਹੈ, ਇੱਕ ਵੱਡੀ ਸਟੇਟ ਮਿਲ ਗਈ। ਇੱਥੇ ਜੇ ਪਰਫਾਰਮ ਕਰ ਜਾਂਦੇ ਨੇ ਤਾਂ ਉਸ ਤੋਂ ਬਾਅਦ ਹਰਿਆਣੇ ਦੀਆਂ ਇਲੈਕਸ਼ਨਸ ਨੇ, ਹਰਿਆਣੇ ਦੇ ਵਿੱਚ ਸਿੱਧੀ ਟੱਕਰ ਮਿਲੂਗੀ ਬੀਜੇਪੀ ਨੂੰ, ਉਹ ਨਹੀਂ ਹੋਣ ਦੇਣਾ। ਇਸ ਕਰਕੇ ਤਰ੍ਹਾਂ ਤਰ੍ਹਾਂ ਦੇ ਮਸਲਿਆਂ ਦੇ ਵਿੱਚ ਉਲਝਾ ਦਿਓ ਕੇਜਰੀਵਾਲ ਸਾਹਿਬ ਨੂੰ, ਆਮ ਆਦਮੀ ਪਾਰਟੀ ਨੂੰ, ਔਰ ਇਨਡਾਇਰੈਕਟਲੀ ਪੰਜਾਬੀ ਉਲਝ ਗਏ, ਪੰਜਾਬ ਦੇ ਲੋਕ ਉਲਝੇ ਨੇ, ਠੀਕ ਆ। ਇੱਥੋਂ ਦਾ ਜਿਹੜਾ ਪੋਲਿਟਿਕਸ ਹੈ ਉਹ ਇੱਥੋਂ ਤੱਕ ਰਹਿ ਜਾਊਗਾ ਤੇ ਉਧਰ ਜਾ ਕੇ ਆਪਣੀਆਂ ਜੜ੍ਹਾਂ ਨਾ ਫੜ ਲੈਣ। ਇਸ ਕਰਕੇ ਇਸ ਪਾਰਟੀ ਨੂੰ ਕਮਜ਼ੋਰ ਰੱਖਣਾ। ਸੋ ਇਹ ਟੋਟਲੀ ਪੋਲੀਟੀਕਲੀ ਮੋਟੀਵੇਟਡ ਸਾਰੇ ਫੈਸਲੇ ਹੁੰਦੇ ਨੇ। ਇਹਦੇ ਨਾਲ ਇਹ ਨਹੀਂ ਦੇਖਣਾ ਹੁੰਦਾ ਕਿ ਪਬਲਿਕ ਦਾ ਬੁਰਾ ਹਾਲ ਹੁੰਦਾ ਜਾਂ ਸਟੇਟ ਦਾ ਬੁਰਾ ਹਾਲ ਹੁੰਦਾ ਜਾਂ ਸਟੇਟ ਦੇ ਅੰਦਰ ਜਿਹੜਾ ਪੋਟੈਂਸ਼ੀਅਲ ਆ ਪੰਜਾਬ ਦੇ ਅੰਦਰ ਉਹਦਾ ਪੂਰਾ ਯੂਜ਼ ਹੁੰਦਾ ਕਿ ਨਹੀਂ ਹੁੰਦਾ। ਹੁਣ ਤੁਸੀਂ ਦੇਖੋ ਪੂਰੇ ਭਾਰਤ ਨੂੰ ਸਪਲਾਈ ਕਰਦਾ ਪੰਜਾਬ ਆਪਣੀਆਂ ਖੇਤੀਬਾੜੀ ਦੀਆਂ ਪ੍ਰੋਡਕਸ਼ਨਸ। ਖੇਤੀਬਾੜੀ ਤੋਂ ਸਾਨੂੰ ਕਣਕ ਪੈਦਾ ਹੁੰਦੀ ਜਿਹੜੀ ਸਭ ਤੋਂ ਜ਼ਿਆਦਾ ਉਹਦਾ ਲਾਰਜੈਸਟ ਪ੍ਰੋਡਿਊਸਰ ਆ ਔਰ ਸਭ ਜਗ੍ਹਾ ਸਪਲਾਈ ਹੁੰਦੀ ਆ। ਉਹ ਚੀਜ਼ ਨਹੀਂ ਦੇਖਣੀ, ਦੇਖਣਾ ਇਹ ਹੈ ਕਿ ਸਾਡਾ ਪੋਲੀਟੀਕਲ ਮੋਟਿਵ ਕੀ ਹੈ। ਪਰ ਚਲੋ ਇਸ ਵਾਰੀ ਆਪਾਂ ਇਹ ਕਹਿ ਲਈਏ ਕਿ ਕੇਂਦਰੀ ਇੱਕ ਕੰਮ ਤਾਂ ਚੰਗਾ ਕਰ ਦਿੱਤਾ ਕਿ ਜਿਹੜਾ CCL ਆਉਂਦੀ ਹੈ, ਜਿਹੜਾ ਅਸੀਂ ਕਰਜ਼ਾ ਲੈਂਦੇ ਆ ਬੈਂਕ ਤੋਂ, ਜਿਹੜੀ ਹੈ ਨਾ, ਉਹ ਇਸ ਵਾਰ ਬੜੀ ਜਲਦੀ ਉਹਨਾਂ ਨੇ ਕਿਸ਼ਤ ਕਰ ਦਿੱਤੀ ਵੀ ਬਈ ਤੁਸੀਂ ਖਰੀਦ ਕਰ ਲਓ ਆਪਣੀ ਦੀ। ਪੰਜਾਬ ਦਾ ਮੰਤਰੀ ਨੇ ਬਕਾਇਦਾ, ਮਾਨ ਸਾਹਿਬ ਨੇ ਧੰਨਵਾਦ ਵੀ ਕੀਤਾ ਮੋਦੀ ਸਾਹਿਬ ਦਾ ਕਿ ਤੁਸੀਂ CCL ਟਾਈਮ ਤੇ ਉੱਤੇ ਭੇਜ ਦਿੱਤਾ ਸਾਨੂੰ, ਅਸੀਂ ਉਹਦੀ ਵੀ ਤੁਹਾਡੇ ਲਈ ਸ਼ੁਕਰਗੁਜ਼ਾਰ ਹਾਂ। ਪਰ ਇਹ ਹੈ ਨਾ ਖਹਿਰਾ ਸਾਹਿਬ, ਇਹ ਅਹਿਸਾਨ ਵਾਕਨ ਕਿਉਂ ਹੁੰਦਾ? ਮਤਲਬ ਪੂਰੀ ਦੀ ਪੂਰੀ ਭਾਰਤ ਦੀ ਜਿਹੜੀ ਸਾਰੀ ਵਸੋਂ ਹੈ ਉਹ ਤੁਹਾਡੀ ਜ਼ਿੰਮੇਵਾਰੀ ਆ, ਤੁਹਾਡੇ ਨਾਗਰਿਕ ਤੁਹਾਡੀ ਜ਼ਿੰਮੇਵਾਰੀ ਆ। ਪਰ ਆ ਹਮੇਸ਼ਾ ਜਿਵੇਂ ਕੋਈ ਅਹਿਸਾਨ ਕੀਤਾ ਸਾਡੇ ਉੱਤੇ, ਅਸੀਂ ਕੋਈ ਭਿਖਾਰੀ ਆ, ਉਹ ਭੀਖ ਲੈਣ ਗਏ ਸੀ, ਸਾਡੇ ਕਟੋਰੇ 'ਚ ਭੀਖ ਪਾ ਦਿੱਤੀ। ਪਰ ਕਿਤੇ ਨਾ ਕਿਤੇ ਤੁਸੀਂ ਦੇਖੋ, ਮਤਲਬ ਇਦਾਂ ਦੇ ਸਲੂਕ ਕਿਉਂ? ਸੰਜੀਵ ਜੀ, ਇਹ ਜਿਹੜੀ ਗੱਲ ਆ ਨਾ, ਕੱਲੀ ਸੈਂਟਰ ਗਵਰਨਮੈਂਟ ਤੇ ਨਹੀਂ ਝੁਕਦੀ ਲੱਗਦੀ ਹੈਗੀ, ਇਹ ਗੱਲ ਢੁਕਦੀ ਹੈਗੀ ਪੰਜਾਬ ਗਵਰਨਮੈਂਟ ਦੇ ਉੱਤੇ ਵੀ। ਸਾਈਕਲ ਵੰਡ ਦਿੱਤੇ, ਇਦਾਂ ਦੇ ਦਿੱਤਾ ਕਿ ਪਤਾ ਨਹੀਂ ਅਸੀਂ ਕਿੱਡਾ ਕੁ ਵੱਡਾ ਕੰਮ ਕਰ ਦਿੱਤਾ। ਹੁਣ ਆਟਾ ਦਾਲ ਸਕੀਮ ਸੀਗੀ, ਉਹਦੇ ਤੇ ਵੀ ਆਪਣੇ ਲਾ ਕੇ ਵੀ ਤੁਹਾਡੇ ਘਰੋਂ ਦਾ ਹੈ, ਤੁਸੀਂ ਅੱਜ ਤੁਸੀਂ CM ਆ, ਕੱਲ ਨੂੰ ਕੋਈ ਹੋਰ CM ਆਊਗਾ, ਤੁਸੀਂ ਕਿਉਂ ਕਰਦੇ ਹੋ, ਹੈ ਨਾ? ਤੁਸੀਂ ਪੰਜਾਬ ਸਰਕਾਰ ਲਿਖੋ, ਇੱਕ ਚੰਗਾ ਲੋਗੋ ਲਾਓ। ਮੈਨੂੰ ਲੱਗਦਾ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ। ਛੋਟੀਆਂ ਸੋਚਾਂ ਨੇ, ਵਾਕਈ ਇਹ ਗੱਲ ਤੁਹਾਡੀ ਦਰੁਸਤ ਹੈ, ਇਹਦੇ ਉੱਤੇ ਕੋਈ ਸ਼ੱਕ ਨਹੀਂ ਹੈਗਾ। ਇਹਦੇ ਵਿੱਚ ਆਪਾਂ ਬੜੀ ਸਾਰੀ ਗੱਲ ਵੀ ਕਰ ਲਈ ਆ ਕਿ ਗੈਂਗਸਟਰ ਨਿਤ ਨਵੇਂ ਦਿਨ ਜਿਹੜਾ ਆ ਕੋਈ ਨਾ ਕੋਈ ਪੰਗਾ ਖੜੀ ਕਰੀ ਬੈਠੇ ਆ। ਹਾਲਾਂਕਿ ਜਿਹੜੇ ਸਾਡੇ ਹਰਜੋਤ ਬੈਂਸ ਨੇ, ਜਿਹੜੇ ਅਨੰਦਪੁਰ ਸਾਹਿਬ ਤੋਂ ਵਿਧਾਇਕ ਨੇ, ਜੇਲ੍ਹ ਮੰਤਰੀ ਵੀ ਨੇ, ਉਹਨਾਂ ਨੇ ਕਹਿ ਦਿੱਤਾ ਕਿ ਜੇਲ੍ਹਾਂ ਦੇ ਵਿੱਚ ਜਿਹੜੀ ਕਾਰਜਸਥਾਨੀਆਂ ਚੱਲਣ ਡੀਆਂ ਗੈਂਗਸਟਰਾਂ ਦੀਆਂ, ਉਹਨਾਂ ਨੂੰ ਵੀ ਬੰਦ ਕਰ ਦਿਓ। ਉਹਨਾਂ ਨੇ ਜੇਲ੍ਹਾਂ ਦੇ ਵਿੱਚ ਤੁਸੀਂ ਦੇਖੋ ਗੈਂਗਸਟਰਸ ਨੂੰ ਇੱਥੋਂ ਤੱਕ ਰਿਪੋਰਟਸ ਮਿਲਦੀਆਂ ਨੇ ਕਿ VIP ਟ੍ਰੀਟਮੈਂਟ ਦਿੱਤਾ ਜਾਂਦਾ, ਖਾਣ ਪੀਣ ਨੂੰ ਜੋ ਵੀ ਮਿਲਦਾ ਉੱਥੇ ਉਹ ਵੀ ਉਹਨਾਂ ਦੀ ਮਰਜ਼ੀ ਦੇ ਮੁਤਾਬਿਕ ਹੈ। ਇੱਥੋਂ ਤੱਕ ਉਹਨਾਂ ਕੋਲ ਮੋਬਾਈਲ ਦੀ ਵੀ ਸਹੂਲੀਅਤ ਦਿੱਤੀ ਜਾਂਦੀ ਹੈ ਔਰ ਉੱਥੋਂ ਬਹਿ ਕੇ ਉਹ ਸਾਰਾ ਆਪਣਾ ਮੈਂ ਉਹੀ ਵਾਕਈ ਤੁਹਾਡਾ ਗੱਲ ਚਲਾਉਂਦੇ ਨੇ। ਬਿਲਕੁਲ ਇਹੀ ਗੱਲ ਦੇ ਤਹਿਤ ਨਾ, ਇਹ ਇੱਕ ਗੱਲ ਚਲੋ ਮੈਂ ਹੁਣ ਆਪਾਂ ਕਰ ਹੀ ਲੱਗੇ ਹਾਂ, ਤੇ ਕਹਿੰਦੇ ਪਟਿਆਲਾ ਜੇਲ੍ਹ ਦਾ ਜਿਹੜਾ ਸੁਪਰਡੈਂਟ ਸੀਗਾ ਉਹ ਬਦਲਣ ਦੀ ਗੱਲ ਹੋ ਰਹੀ ਸੀ। ਤੇ ਗੱਲ ਇਹ ਆ ਕਿ ਹਰੇਕ ਬੰਦੇ ਨੂੰ ਜਾਨ ਦਾ ਵੀ ਖਤਰਾ ਪੈ ਜਾਂਦਾ, ਕਿਉਂਕਿ ਗੈਂਗਸਟਰ ਆ, ਉਹ ਜੇ ਬੜਿਆਂ ਦੀ ਗੇਮ ਵਜਾ ਸਕਦਾ ਤਾਂ ਕਿਸੇ ਦੀ ਵੀ ਗੇਮ ਵਜਾ ਸਕਦਾ। ਪਰ ਇਹਨਾਂ ਨੂੰ ਪੋਲੀਟੀਕਲ ਅਸਾਈਲਮ ਆ, ਕਹਿੰਦੇ ਬਹੁਤ ਵੱਡੀ ਪਾਰਟੀ ਦੀ ਅਸਾਈਲਮ ਰਹੀ ਹੈ ਪਟਿਆਲਾ ਜੇਲ੍ਹ ਵਾਲਿਆਂ ਨੂੰ। ਕਿਉਂ ਨਹੀਂ ਆ? ਕਿਉਂਕਿ ਐਵੇਂ ਤਾਂ ਨਹੀਂ ਨਾ ਇਹ ਮਤਲਬ ਫਲਰਿਸ਼ ਕਰਦੇ, ਐਵੇਂ ਤਾਂ ਨਹੀਂ ਅੱਗੇ ਵੱਧਦੇ, ਐਵੇਂ ਤਾਂ ਨਹੀਂ ਤਰੱਕੀਆਂ ਕਰਦੇ, ਔਰ ਹਰ ਤਰ੍ਹਾਂ ਦਾ ਹਥਿਆਰ ਇਹਨਾਂ ਨੂੰ ਮਿਲਦਾ, ਹਰ ਤਰ੍ਹਾਂ ਦੀ ਸਹੂਲੀਅਤ ਮਿਲਦੀ ਹੈ, ਠੀਕ ਹੈ ਨਾ? ਪੈਸਾ ਇਕੱਠਾ ਕਰਦੇ ਨੇ। ਇੱਥੋਂ ਤੱਕ ਕਿ ਪਿੱਛੇ ਜੇ ਆਪਾਂ ਦੇਖਿਆ ਸੀ ਕਬੱਡੀ ਦੇ ਵਿੱਚ ਵੀ ਇਹਨਾਂ ਦਾ ਦਖਲ ਹੋ ਚੁੱਕਾ ਹੈ, ਕਬੱਡੀ ਖਿਡਾਰੀ ਨੂੰ ਮਾਰਿਆ ਗਿਆ, ਅਸੀਂ ਦੇਖਦੇ ਹੀ ਹਾਂ। ਸੋ ਸਪੋਰਟਸ ਦੇ ਜ਼ਰੀਏ ਵੀ ਇਹ ਪੈਸਾ ਕਮਾਉਣਾ ਚਾਹੁੰਦੇ ਨੇ। ਅਸੀਂ ਕਈ ਵਾਰ ਦੇਖਦੇ ਹਾਂ ਕਈ ਸਪੋਰਟਸ ਜਿਹੜੀਆਂ ਇੰਟਰਨੈਸ਼ਨਲ ਲੈਵਲ ਤੇ ਵੀ ਖੇਡੀਆਂ ਜਾਂਦੀਆਂ ਨੇ, ਉਹਦੇ ਵਿੱਚ ਵੀ ਬੁੱਕੀਜ਼ ਬੈਠੇ ਹੋਏ ਨੇ। ਕੀ ਚੱਲਦਾ ਪਿਆ? ਚਲੋ ਫਿਲਹਾਲ ਖਬਰ ਜਿਹੜੀ ਆ ਉਹ ਤਰਨਤਾਰਨ ਤੋਂ ਆ। ਤਰਨਤਾਰਨ ਦਾ ਜਿਹੜਾ ਇੱਕ ਕਹਿ ਲਓ ਕਿ ਬੰਦਾ ਆ, ਔਰ ਉਹ ਬੰਦਾ ਤਕੜਾ ਬਿਜ਼ਨਸਮੈਨ ਹੈ, ਔਰ ਉਸ ਬਿਜ਼ਨਸਮੈਨ ਨੂੰ ਲਖਬੀਰ ਲੰਡਾ ਕਰਕੇ ਗੈਂਗਸਟਰ ਹੈ ਜਿਹੜਾ ਕਿ ਕੈਨੇਡਾ ਦੇ ਵਿੱਚ ਰਹਿੰਦਾ ਹੈ। ਪਿਛਲੇ 6 ਮਹੀਨਿਆਂ ਤੋਂ ਲਗਾਤਾਰ ਉਹਨੂੰ ਜਿਹੜੀਆਂ ਧਮਕੀਆਂ ਆ ਰਹੀਆਂ ਕਿ ਮੈਨੂੰ 50 ਲੱਖ ਰੁਪਈਆ ਜਿਹੜਾ ਆ ਮੇਰੇ ਪਹੁੰਚ ਦੇ, ਨਹੀਂ ਤਾਂ ਤੇਰੇ ਘਰਦਿਆਂ ਦੀਆਂ ਤੇ ਤੇਰੀਆਂ ਲਾਸ਼ਾਂ ਦਿਖਣਗੀਆਂ। ਯਾਨੀ ਕਿ ਸਿੱਧੀ ਜਿਹੜਾ ਕਿ ਪਰਿਵਾਰ ਨੂੰ ਮਾਰ ਦਿੱਤਾ ਜਾਊਗਾ। ਔਰ ਲਖਬੀਰ ਖੰਡਾ ਇਹਦੇ ਉੱਤੇ 20 ਤੋਂ ਵੱਧ ਜਿਹੜੇ ਉਸੇ ਏਰੀਏ ਦੇ ਵਿੱਚ ਤਰਨਤਾਰਨ ਦੇ ਵਿੱਚ ਕੇਸ ਨੇ, ਔਰ ਜਿਹੜਾ ਇੱਕ ਝਕੰਨੀ ਦੇ ਕੇ ਇਹ ਕੈਨੇਡਾ ਜਾ ਕੇ ਵਸ ਗਿਆ ਸੀਗਾ। ਬਿਲਕੁਲ ਸਹੀ ਗੱਲ ਹੈ। ਔਰ ਤੁਸੀਂ ਦੇਖੋ ਨਾ, ਜਦੋਂ ਅਸੀਂ ਡਰੱਗਸ ਦੀ ਗੱਲ ਕਰਦੇ ਆ,
ਜਾਂ ਐਕਸਟੋਰਸ਼ਨ ਮਨੀ ਦੀ ਵੀ ਗੱਲ ਹੋ ਰਹੀ ਆ, ਇਹ ਲੋਕ ਕੈਨੇਡਾ ਦੀ ਧਰਤੀ ਤੇ ਵੀ ਬੈਠੇ ਨੇ ਔਰ ਸਾਡੀਆਂ ਭਾਰਤ ਦੀਆਂ ਏਜੰਸੀਆਂ ਨੇ ਔਰ ਪੰਜਾਬ ਦੀਆਂ ਏਜੰਸੀਆਂ ਨੇ, ਜਸਟਿਨ ਟਰੂਡੋ ਕੈਨੇਡਾ ਦੇ, ਉੱਥੋਂ ਤੱਕ ਵੀ ਰਿਪੋਰਟਸ ਗਈਆਂ ਨੇ, ਪਰ ਉਹ ਲੋਕ ਇੰਨਾ ਧਿਆਨ ਨਹੀਂ ਦੇ ਰਹੇ ਔਰ ਐਕਸਪਰਟਸ ਇਹ ਮੰਨਦੇ ਨੇ ਕਿ ਜਿਹੜਾ ਉੱਥੇ ਪੰਜਾਬੀ ਭਾਈਚਾਰਾ ਬੈਠਾ ਉਹਨਾਂ ਦੀਆਂ ਵੋਟਸ ਦੇ ਚੱਕਰ ਦੇ ਵਿੱਚ ਜਸਟਿਨ ਟਰੂਡੋ ਇਹ ਫੈਸਲਾ ਨਹੀਂ ਲੈ ਪਾ ਰਹੇ ਕਿ ਇਹਨਾਂ ਪਰ ਕਰਨਾ ਕਿਤੇ ਨਾ ਕੀ ਕਿਤੇ ਚਾਹੀਦਾ। ਪੰਜਾਬੀ ਭਾਈਚਾਰੇ ਲਈ ਵੀ ਤੇ ਚੰਗੀ ਗੱਲ ਹੈ ਜੇ ਲਖਬੀਰ ਲੰਡਾ ਵਰਗੇ ਜਿਹੜੇ ਗੈਂਗਸਟਰ ਨੇ, ਜਿਹੜਾ ਪੰਜਾਬ ਦਾ ਵੀ ਨੁਕਸਾਨ ਕਰਦੇ ਨੇ, ਪੰਜਾਬੀ ਕਮਿਊਨਿਟੀ ਦਾ ਵੀ ਨੁਕਸਾਨ ਕਰਦੇ ਨੇ, ਇਹਦੇ ਨਾਲ ਵੋਟਾਂ ਦਾ ਕੀ ਚੱਕਰ ਪੈ ਜਾਊ? ਇਹਦੇ ਨਾਲ ਵੋਟਾਂ ਦਾ ਚੱਕਰ ਇਹ ਹੈ ਨਾ ਕਿ ਜੋ ਹਮੇਸ਼ਾ ਪੋਲੀਟੀਕਲ ਐਨਾਲਿਸਟ ਹੁੰਦੇ ਨੇ ਉਹ ਹਮੇਸ਼ਾ ਇਹੀ ਦੇਖਦੇ ਨੇ ਕਿ ਕਿਤੇ ਹੱਥ ਪਾਉਣ ਨਾਲ ਵੋਟ ਬੈਂਕ ਨਾ ਹੱਥੋਂ ਨਿਕਲੇ। ਹਾਲਾਂਕਿ ਏਜੰਸੀਆਂ ਨੇ ਕਿਹਾ ਸੀਗਾ ਔਰ ਇੱਥੋਂ ਤੱਕ ਦਾਅਵਾ ਵੀ ਕੀਤਾ ਸੀ ਕਿ ਅਸੀਂ ਜਸਟਿਨ ਟਰੂਡੋ ਸਾਹਿਬ ਨੂੰ ਇਹ ਗਵਰਨਮੈਂਟ ਤੋਂ ਲਿਖਿਆ ਵੀ ਆ, ਉੱਥੋਂ ਦੀਆਂ ਏਜੰਸੀਆਂ ਵੀ ਕੰਮ ਕਰ ਰਹੀਆਂ ਨੇ ਕਿ ਉਹ ਪਿਨ ਪੁਆਇੰਟ ਕਰੋ ਉਹਨਾਂ ਲੋਕਾਂ ਨੂੰ ਜਿਹੜੇ ਉੱਥੇ ਬਹਿ ਕੇ ਇੱਥੋਂ ਦਾ ਸਾਰਾ ਨੈਟਵਰਕ ਚਲਾਉਂਦੇ ਨੇ ਗੈਂਗਸਟਰਸ ਦਾ, ਔਰ ਉਹਨਾਂ ਨੂੰ ਸਾਡੇ ਹਵਾਲੇ ਕਰੋ, ਕਿਉਂਕਿ ਉਹ ਤੁਹਾਡੇ ਦੇਸ਼ ਦੇ ਵੀ ਮੁਜਰਿਮ ਨੇ, ਸਾਡੇ ਦੇਸ਼ ਦੇ ਵੀ ਮੁਜਰਿਮ ਨੇ, ਪਰ ਹਜੇ ਤੱਕ ਉਹਨਾਂ ਦੇ ਉੱਤੇ ਕੋਈ ਵੀ ਕਾਰਵਾਈ ਨਹੀਂ ਹੋਈ। ਬਿਲਕੁਲ ਠੰਡਾ ਬਸਤਾ ਜਿਹਨੂੰ ਕਹਿੰਦੇ ਆ ਉਹਦੇ ਚ ਪਈਆਂ ਹੋਈਆਂ ਨੇ। ਤੁਸੀਂ ਤੋਂ ਪਹਿਲੇ ਦਿਨ ਕਿਹਾ ਸੀ ਵੀ ਦੋ ਬਸਤੇ ਆ, ਵੀ ਇੱਕ ਤਾਂ ਠੰਡਾ ਬਸਤਾ, ਇੱਕ ਗਰਮ ਬਸਤਾ, ਤੇ ਹੁਣ ਆਮ ਆਦਮੀ ਪਾਰਟੀ ਪਤਾ ਨਹੀਂ ਕਿਹੜਾ ਬਸਤਾ ਲੈ ਕੇ ਆਊਗੀ। ਚਲੋ ਇਹ ਤਾਂ ਸੀ ਕਿ ਇੱਕ ਗੈਂਗਸ ਦੀ ਗੱਲ ਹੈ ਨਾ, ਇਹ ਪਰ ਧਮਕੀਆਂ ਸ਼ਰੇਆਮ ਮਿਲਣੀਆਂ, ਉਹ ਵੀ ਕੈਨੇਡਾ ਤੋਂ। ਫਿਰ ਜੇ ਅਸੀਂ ਗੱਲ ਕੀਤੀ ਸੀ ਉਸ ਦਿਨ ਸੰਦੀਪ ਲੱਲੀਆਂ ਦੀ, ਉਹ ਵੀ ਕਿਤੇ ਤਾਰ ਕੈਨੇਡਾ ਜੁੜਦੇ ਸ਼ੁਰੂ ਹੋਣੇ ਲੱਗਦੇ ਸੀਗੇ ਸਾਨੂੰ। ਕਿਵੇਂ ਹੱਲ ਕੀਤਾ ਜਾ ਸਕਦਾ? ਹੱਲ ਤਾਂ ਇਹੀ ਆ ਕਿ ਗਵਰਨਮੈਂਟ ਚਾਹੇ ਤਾਂ ਚੁਟਕੀਆਂ ਦੇ ਵਿੱਚ ਇਸ ਮਾਮਲੇ ਨੂੰ ਹੱਲ ਕਰ ਸਕਦੀ ਹੈ। ਐਡੀ ਵੱਡੀ ਏਜੰਸੀ, ਇੰਨੀ ਫੋਰਸ, ਮਿਲਟਰੀ, ਇੰਟੈਲੀਜੈਂਸੀਆ, ਥਿੰਕ ਟੈਂਕਸ, ਵੱਡੇ ਵੱਡੇ ਸਪਾਈਜ਼, ਇਹ ਕੀ ਲੋਕ ਹੁੰਦੇ ਨੇ? ਗੈਂਗਸਟਰਸ ਕੀ ਹੁੰਦੇ ਨੇ? ਚੰਦ ਬੰਦੇ, ਮੁੱਠੀ ਭਰ ਲੋਕ। ਕੌਣ ਨੇ ਇਹ ਲੋਕ? ਇਹਨਾਂ ਤੋਂ ਵਧੀਆ, ਹਾਲਾਂਕਿ ਇਹਨਾਂ ਨੂੰ ਕਿਹਾ ਜਾਏਗਾ ਕਿ ਸ਼ਾਰਪ ਸ਼ੂਟਰਸ ਬੈਠੇ ਨੇ ਇਹਨਾਂ ਦੇ ਵਿੱਚ, ਮਿਲਟਰੀ ਨਾਲੋਂ ਅੱਗੇ ਸ਼ਾਰਪ ਸ਼ੂਟਰਸ ਬੈਠੇ ਨੇ, ਮਿਲਟਰੀ ਕਮਾਂਡੋਜ਼ ਨਾਲੋਂ ਵਧੀਆ ਇਹਨਾਂ ਕੋਲ ਟ੍ਰੇਨਿੰਗ ਹੈਗੀ। ਕਿੱਥੇ ਹੈਗੇ ਨੇ ਇਹ ਲੋਕ? ਕਿਉਂ ਸ਼ੈ ਮਿਲਦੀ ਹੈ? ਕਿਉਂ? ਹੋ ਸਕਦਾ ਹੈ ਜੋ ਐਕਸਪਰਟਸ ਮੰਨਦੇ ਨੇ ਕਿ ਪੋਲੀਟੀਕਲ ਇਹਨਾਂ 'ਚ ਦਖਲ ਅੰਦਾਜ਼ੀ ਹੈ, ਇਸ ਕਰਕੇ ਇਹਨਾਂ ਲੋਕਾਂ ਨੂੰ ਸ਼ੈਲਟਰ ਮਿਲਦਾ, ਇਹਨਾਂ ਲੋਕਾਂ ਨੂੰ ਬਚਾਇਆ ਜਾਂਦਾ, ਕਿਉਂਕਿ ਉਹਨਾਂ ਨੂੰ ਇਸਤੇਮਾਲ ਕਰਨਾ ਹੁੰਦਾ ਵੋਟਿੰਗ ਵਾਸਤੇ, ਵੋਟ ਬੈਂਕਸ ਵਾਸਤੇ, ਕੁਝ ਵੀ ਹੈ, ਕਿਤੇ ਵੀ ਗੈਰ ਕਾਨੂੰਨੀ ਕੰਮ ਕਰਵਾਉਣ ਵਾਸਤੇ ਇਸਤੇਮਾਲ ਹੋ ਸਕਦਾ ਕਰਨਾ ਹੁੰਦਾ ਹੋਵੇ, ਇਸ ਕਰਕੇ ਇਹਨਾਂ ਨੂੰ ਪ੍ਰੋਟੈਕਸ਼ਨ ਮਿਲ ਜਾਂਦੀ ਹੈ। ਆਹੋ, ਫਿਰ ਫੋਨ ਕਰਕੇ ਕਹਿ ਦਿੰਦੇ ਹੋਣੇ ਵੀ ਕੁਝ ਕਰਾਉਣਾ ਕੰਮ ਆ ਤਾਂ ਦੱਸੀ ਭਾਊ, ਅਸੀਂ ਤੇਰਾ ਕੰਮ ਕਰ ਦਾਂਗੇ, ਹੈ ਨਾ? ਮੈਨੂੰ ਲੱਗਦਾ ਇੱਦਾਂ ਹੀ ਚੱਲਦਾ ਹੋਣਾ ਕਿਤੇ ਨਾ ਕਿਤੇ। ਬਹੁਤ ਪੁਰਾਣੀ ਸੱਭਿਅਤਾ ਹੈ। ਜਦੋਂ ਅਸੀਂ ਪੁਰਾਤਨ ਰੋਮ ਨੂੰ ਦੇਖੀਏ ਨਾ, ਰੋਮ ਦੀ ਸੱਭਿਅਤਾ ਜੇ ਥਾਊਜ਼ੈਂਡਸ ਈਅਰਸ ਪਹਿਲਾਂ ਵੀ ਚਲੇ ਜਾਈਏ, ਉੱਥੇ ਵੀ ਤਕਰੀਬਨ ਇਦਾਂ ਦੀ ਪਾਲਿਸੀ ਹੁੰਦੀ ਸੀ ਕਿ ਨੌਜਵਾਨਾਂ ਨੂੰ ਵਿਹਲੜ ਰੱਖੋ, ਇਹਨਾਂ ਨੂੰ ਨੌਕਰੀ ਨਹੀਂ ਦੇਣੀ, ਵਿਹਲੇ ਰੱਖਣੇ ਨੇ। ਕਿਉਂ? ਕਿਉਂਕਿ ਫਿਰ ਇਹ ਫੋਰਸ ਇਹਨੂੰ ਕਿਤੇ ਵੀ ਇਸਤੇਮਾਲ ਕਰ ਸਕਦੇ, ਇਸਤੇਮਾਲ ਕਰ ਸਕਦੇ। ਜੇ ਇਹਨਾਂ ਨੂੰ ਨੌਕਰੀ ਦੇ ਦਿੱਤੀ, ਕੰਮ ਤੇ ਲਾ ਦਿੱਤਾ, ਇਹ ਵਿਹਲੇ ਥੋੜਾ ਹੋਣਗੇ। ਫਿਰ ਜੇ ਵਿਹਲੇ ਹੋਣਗੇ, ਇਹਨਾਂ ਨੂੰ ਨੌਕਰੀ ਨਹੀਂ ਦਿੱਤੀ ਜਾਏਗੀ, ਇਹਨਾਂ ਦੇ ਖਰਚੇ ਚੁੱਕੋ ਤੇ ਫਿਰ ਇਹਨਾਂ ਨੂੰ ਇਸਤੇਮਾਲ ਕਰੋ। ਉੱਥੇ ਕੀ ਕਰਨਾ? ਪੋਲੀਟੀਕਲ ਮਰਡਰਸ ਕਰਵਾਉਣੇ ਨੇ ਜਾਂ ਪਬਲਿਕ ਦੇ ਉੱਤੇ ਦਬਾਅ ਪਾਉਣਾ, ਕਿਹਨੂੰ ਨਿਸ਼ਾਨਾ ਬਣਾਉਣਾ, ਕਿਹਨੂੰ ਟਾਰਗੇਟ ਕਰਨਾ, ਤਾਂ ਉਦੋਂ ਵੀ ਇਸਤੇਮਾਲ ਕਰਦੇ ਸੀ, ਤਾਂ ਅੱਜ ਵੀ ਉਵੇਂ ਇਸਤੇਮਾਲ ਕਰਦੇ ਨੇ। ਇਹ ਪੁਰਾਣੇ ਜ਼ਮਾਨੇ ਤੋਂ ਹੀ ਹੈ। ਪੁਰਾਣੇ ਜ਼ਮਾਨੇ 'ਚ ਪਹਿਲਵਾਨ ਪਾਲਦੇ ਹੁੰਦੇ ਸੀਗੇ, ਰਾਜੇ ਮਹਾਰਾਜੇ। ਵਾਕਈ ਉਹ ਪਹਿਲਵਾਨਾਂ ਦਾ ਕੰਮ ਕੀ ਹੁੰਦਾ ਸੀ? ਇਹੀ ਕੰਮ ਹੈ ਕਿ ਕਿਸੇ ਦੀ ਅੱਛਾ, ਮੈਂ ਤੁਹਾਨੂੰ ਸਲਾਹ ਦੇਵਾਂ, ਤੁਸੀਂ ਹੁਣ ਪ੍ਰੋਗਰਾਮ ਤੋਂ ਬਾਅਦ ਧਿਆਨ ਨਾਲ ਜਾਇਆ ਕਰੋ, ਕਿਉਂਕਿ ਤੁਸੀਂ ਬੜੀ ਵਾਰੀ ਕਹਿੰਦੇ ਹੋ ਕਿ ਪੋਲੀਟੀਕਲ ਇਹਨਾਂ ਨੂੰ ਸ਼ੈ ਆ ਅਗਲੇ। ਕੋਈ ਨਹੀਂ, ਮੈਂ ਤੁਹਾਨੂੰ ਨਾਲ ਲੈ ਕੇ ਜਾਊਂਗਾ, ਤੁਸੀਂ ਮੇਰੀ ਪ੍ਰੋਟੈਕਸ਼ਨ ਵਾਸਤੇ ਨਾਲ ਹੋ ਮੇਰੇ। ਨਹੀਂ, ਮੈਂ ਨਹੀਂ, ਅਸੀਂ ਕਿਸੇ ਨੂੰ ਨਿੰਦਦੇ ਨਹੀਂ, ਕਿਸੇ ਨੂੰ ਟਾਰਗੇਟ ਨਹੀਂ ਕਰਦੇ, ਕਿਸੇ ਦਾ ਨਾਂ ਨਹੀਂ ਲੈਂਦੇ ਕਿ ਫਲਾਣਾ ਲੀਡਰ ਹੈ ਜਾਂ ਪਰ ਫਲਾਣੀ ਕਿਤੇ ਨਾ ਕਿਤੇ ਪਾਰਟੀ ਮੈਨੂੰ ਲੱਗਦਾ ਨਿੰਦਣਾ ਤੇ ਚਾਹੀਦਾ ਹੈ। ਇਹ ਚੀਜ਼ ਨਹੀਂ ਅਸੀਂ ਕਹਿੰਦੇ। ਅਸੀਂ ਇਹ ਕਹਿੰਦੇ ਹਾਂ ਕਿ ਓਵਰਆਲ ਤੁਸੀਂ ਦੇਖੋ, ਸਾਰੇ ਸਮਾਜ ਦਾ ਤੁਸੀਂ ਸਿਆਸੀਕਰਨ ਕਰਕੇ ਰੱਖ ਦਿੱਤਾ। ਜੇ ਤੁਸੀਂ ਇਦਾਂ ਦੀਆਂ ਚੀਜ਼ਾਂ ਪੈਦਾ ਕਰੋਗੇ ਸਮਾਜ ਦੇ ਵਿੱਚ, ਇੱਕ ਨਾ ਇੱਕ ਦਿਨ ਇਹ ਤੁਹਾਨੂੰ ਵੀ ਨੁਕਸਾਨ ਕਰਨਗੀਆਂ। ਕਿਉਂਕਿ ਅਸੀਂ ਦੇਖਦੇ ਹਾਂ ਕਿ ਕਈ ਥਾਂ ਦੇ ਉੱਤੇ ਐਕਸਟ੍ਰੀਮਿਸਟ ਦੇ ਗਰੁੱਪ ਪੈਦਾ ਹੋ ਗਏ, ਕਈ ਥਾਂ ਤੇ ਟੈਰਰਿਸਟ ਦੇ ਗਰੁੱਪ ਪੈਦਾ ਹੋ ਗਏ, ਤਾਂ ਅਸੀਂ ਕਿਤੇ ਨਾ ਕਿਤੇ ਨਤੀਜੇ ਦੇਖਦੇ ਹਾਂ ਕਿ ਜਿੱਥੋਂ ਉਹ ਚੱਲੇ, ਜਿਨ੍ਹਾਂ ਨੇ ਉਹਨਾਂ ਨੂੰ ਪੈਦਾ ਕੀਤਾ, ਇੱਕ ਦਿਨ ਉਹੀ ਉਹਨਾਂ ਦਾ ਨਿਸ਼ਾਨਾ ਬਣ ਗਏ। ਵਾਕਈ ਕਹਾਵਤ ਵੀ ਆ, ਵਾਕਈ ਕਹਿੰਦੇ ਹੁੰਦੇ ਆ ਕਿ ਜੇ ਤੁਸੀਂ ਕੰਡੇ ਬੀਜਦੇ ਆ ਤਾਂ ਫੁੱਲਾਂ ਦੀ ਆਸ ਨਹੀਂ ਕਰਨੀ ਚਾਹੀਦੀ। ਦੂਜੇ ਵਾਸਤੇ ਖੂਹ ਖੱਟੋਗੇ ਤਾਂ ਆਪ ਹੀ ਤੁਸੀਂ ਉਹਦੇ 'ਚ ਡਿੱਗਣਾ। ਇਸ ਕਰਕੇ ਸਿੱਧੀ ਗੱਲ ਆ ਕਿ ਤੁਸੀਂ ਕਿਉਂ ਸਮਾਜ ਦਾ ਬੇੜਾ ਗਰਕ ਕਰਦੇ ਹੋ, ਕਿਉਂ ਇਦਾਂ ਦੇ ਅਨਸਰ ਪੈਦਾ ਕਰਦੇ ਹੋ ਜੋ ਸਮਾਜ ਦੇ ਵਾਸਤੇ ਗਲਤ ਨੇ? ਕਿਉਂਕਿ ਸਮਾਜ ਦੇ ਨਾਲ ਉਹ ਦੁਸ਼ਮਣੀ ਹੈ। ਤਾਂ ਕੁਦਰਤ ਬੈਠੀ ਹੈ ਨਾ, ਕੁਦਰਤ ਦਾ ਇਨਸਾਫ, ਕੁਦਰਤ ਦੇ ਨਿਯਮ ਨੇ। ਜੇ ਤੁਸੀਂ ਦੂਸਰੇ ਵਾਸਤੇ ਬੁਰਾ ਕਰਦੇ ਹੋ, ਤੁਸੀਂ ਇਸ ਤਰ੍ਹਾਂ ਦੇ ਅਨਸਰ ਪੈਦਾ ਕਰਦੇ ਹੋ, ਇੱਕ ਨਾ ਇੱਕ ਦਿਨ ਉਹਨਾਂ ਅਨਸਰਾਂ ਨੇ ਤੁਹਾਡਾ ਗਲਾ ਆ ਕੇ ਫੜ ਲੈਣਾ ਕਿ ਆਜੋ ਭਾਜੀ, ਹੁਣ ਅੱਜ ਤੁਹਾਡੀ ਵਾਰੀ ਹੈ। ਚਲੋ ਸੰਜੀਵ ਜੀ, ਸ਼ਾਇਦ ਇਹ ਗੱਲਾਂ ਸਭ ਨੂੰ ਪਤਾ ਹੈ, ਸਾਰਿਆਂ ਨੂੰ ਪਤਾ, ਫਿਰ ਵੀ ਬਹੁਤ ਸ਼ਰੇਆਮ ਕਰਦੇ ਆ। ਅੱਗੇ ਵਧਦੇ ਆ। ਪੰਜਾਬ ਕਾਂਗਰਸ ਪ੍ਰਧਾਨ ਬੜਾ ਛਾਏ ਹੋਏ ਨੇ ਅੱਜ ਕੱਲ੍ਹ, ਸਾਬਕਾ ਪ੍ਰਧਾਨ ਮੈਂ ਕਹਾਂ ਛਾਏ ਹੋਏ ਨੇ, ਤੇ ਇਹ ਮੁੱਦਾ ਜਿਹੜਾ ਆ ਇਹ ਵੱਖਰੇ ਤਰੀਕੇ ਨਾਲ ਛਾਇਆ। ਹਰ ਤਰੀਕੇ ਤੇ ਜੋੜ ਤੋੜ ਬੜੇ ਲਾਏ ਜਾ ਰਹੇ ਨੇ, ਕੋਈ ਕਿਤੇੋਂ ਚੱਕਣ ਡਿਆ ਤੇ ਕੋਈ ਕਿਤੇੋਂ ਰੱਖਣ ਡਿਆ ਤੇ ਕੋਈ ਸ਼ਕਤੀ ਪ੍ਰਦਰਸ਼ਨ ਕਰਨ ਡਿਆ। ਤੇ ਇਦਾਂ ਲੱਗਦਾ ਹੈ ਕਿ ਇਸ ਵਾਰ ਕੋਈ ਪ੍ਰਧਾਨ ਬਣਾਉਣਾ ਹੈ ਤੇ ਫਿਰ ਉਹਨੂੰ ਚੰਗੇ ਤਰੀਕੇ ਨਾਲ ਬਣਾ ਕੇ ਖਗੋਲ ਕੇ ਰੱਖਣਾ।
ਕੋਈ ਕਹਿੰਦੇ ਸੀ ਕਿ ਰਾਜਾ ਵੜਿੰਗ ਸਾਹਿਬ ਵੀ ਹੋ ਸਕਦੇ ਨੇ ਨੈਕਸਟ ਪ੍ਰਧਾਨ। ਸਭ ਦੇ ਅਲੱਗ-ਅਲੱਗ ਐਸਟੀਮੇਟਸ ਨੇ, ਕੋਈ ਕੁਝ ਕਹਿੰਦਾ, ਪਰ ਜਦੋਂ ਤੱਕ ਗੱਲ ਸਾਹਮਣੇ ਨਾ ਆਵੇ, ਕਿਉਂਕਿ ਆਪਾਂ ਪਹਿਲਾਂ ਵੀ ਜਦੋਂ ਗੱਲ ਕਰਦੇ ਹੁੰਦੇ ਆ ਤਾਂ ਮੈਂ ਇਹੀ ਕਹਿੰਦਾ ਉਹਨਾਂ ਜਦੋਂ ਤੱਕ ਗੱਲ ਸਾਹਮਣੇ ਨਾ ਆਵੇ ਦੇਖੋ ਕੀ ਹੁੰਦਾ, ਕਿਉਂਕਿ ਇਸ ਵਕਤ ਦਾ ਡਿਸਕਸ਼ਨ ਪਰ ਸਾਡਾ ਕੰਮ ਤੇ ਇਹੀ ਹੈ ਨਾ ਕਿ ਗੱਲ ਸਾਹਮਣੇ ਆ ਗਈ ਤਾਂ ਸਭ ਨੂੰ ਪਤਾ ਲੱਗ ਜਾਣੀ। ਪਤਾ ਅਸੀਂ ਸਭ ਤੋਂ ਪਹਿਲਾਂ ਐਸਟੀਮੇਟਸ ਲਗਾਉਣੇ ਨੇ। ਐਸਟੀਮੇਸ਼ਨ ਦੇਖੋ ਇਹ ਮੰਨਿਆ ਜਾਂਦਾ ਸੀ, ਐਨਾਲਿਸਿਸ ਕਰਨ ਵਾਲੇ ਇਹ ਮੰਨਦੇ ਸੀ ਕਿ ਇਸ ਵਕਤ ਕਾਂਗਰਸ ਨੂੰ ਰਿਵਾਈਵ ਹੋਣ ਦੀ ਲੋੜ ਆ। ਕਿਉਂ? ਕਿਉਂਕਿ ਆਮ ਆਦਮੀ ਪਾਰਟੀ ਬਹੁਤ ਵੱਡੀ ਫੌਜ 92 ਜਾਣੇ ਆ ਗਏ ਨੇ, 92 ਸੀਟਾਂ ਜਿੱਤੀਆਂ ਨੇ, ਤੇ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵਾਸਤੇ ਹੁਣ ਹੈ ਕਿ ਐਸਜੀਪੀਸੀ ਦੀਆਂ ਇਲੈਕਸ਼ਨਸ ਡਿਊ ਨੇ ਜੀ, ਉਹ ਜਿੱਤਣਾ ਜ਼ਰੂਰੀ, ਕਿਉਂਕਿ ਉਹੀ ਪਾਰਟੀ ਦਾ ਆਧਾਰ ਹੈ। ਜੋ ਕਿਤੇ ਇਲੈਕਸ਼ਨਸ ਹਾਰ ਜਾਂਦੇ ਨੇ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਫਿਊਚਰ ਨਹੀਂ, ਕਿਉਂਕਿ ਇਸ ਕਰਕੇ ਉਹਨਾਂ ਨੂੰ ਇਹ ਚੀਜ਼ ਧਿਆਨ ਦੇਣੀ ਪੈਣੀ ਹੈ। ਨਾਲ ਕਾਂਗਰਸ ਦੀ ਗੱਲ ਕਰਦੇ ਆ, ਇਹ ਮੰਨਦੇ ਨੇ ਕਿ ਕਾਂਗਰਸ ਨੂੰ ਰਿਵਾਈਵ ਕਰਨ ਵਾਸਤੇ ਬਹੁਤ ਅਗਰੈਸਿਵਲੀ ਅੱਗੇ ਆਉਣਾ ਪੈਣਾ, ਤਾਂ ਉਹਦੇ ਵਾਸਤੇ ਜ਼ਰੂਰੀ ਸੀ ਕਿ ਨਵਜੋਤ ਸਾਹਿਬ ਹੁੰਦੇ ਕਾਂਗਰਸ ਦੇ ਪ੍ਰਧਾਨ, ਪ੍ਰਦੇਸ਼ ਪ੍ਰਧਾਨ, ਤੇ ਨਾਲ ਖਹਿਰਾ ਸਾਹਿਬ ਹੁੰਦੇ ਲੀਡਰ ਆਫ ਆਪੋਜੀਸ਼ਨ। ਇਹ ਦੋਵੇਂ ਜਾਣਿਆਂ ਦੀ ਜੋੜੀ ਬੜੀ ਪਿਆਰੀ ਰਹਿਣੀ ਸੀ, ਤਾਂ ਜਾ ਕੇ ਇਹਨਾਂ ਨੇ ਆਮ ਆਦਮੀ ਪਾਰਟੀ ਨੂੰ ਟੱਕਰ ਦੇਣੀ ਸੀ, ਠੀਕ ਹੈ ਨਾ, ਕਿਉਂਕਿ ਅਗਰੈਸਿਵ ਇਹ ਦੋਵੇਂ ਨੇ। ਤਾਂ ਇਹ ਚੀਜ਼ ਤਾਂ ਹੁਣ ਨਹੀਂ ਰਹੀ ਇਸ ਵਕਤ, ਕਿਉਂਕਿ ਪਰ ਨਹੀਂ ਕਿਉਂ ਨਹੀਂ ਰਹੀ ਹੈਗੀ? ਹੋ ਸਕਦਾ ਹੈ ਹਲੇ ਪ੍ਰਧਾਨ ਬਦਲੇ, ਅਸਤੀਫਾ ਲਿਆ ਜਾਂ ਦੁਬਾਰਾ ਚੋਣ ਹੋ ਸਕਦੀ ਹੈ। ਜਿਸ ਹਿਸਾਬ ਦੇ ਨਾਲ ਸੁਲਤਾਨਪੁਰ ਮੀਟਿੰਗ ਹੋਈ ਹੈ ਰਣਿੰਦਰ ਦੇ ਘਰ, ਤੇ ਮੈਨੂੰ ਲੱਗਦਾ ਹੈ ਕਿ ਸੁਖਪਾਲ ਖਹਿਰਾ ਸਾਹਿਬ ਵੀ ਉੱਥੇ ਪਹੁੰਚੇ ਸੀਗੇ, ਫਿਰ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਵੀ ਪਹੁੰਚੇ ਆ, ਤੇ ਫਿਰ ਕੱਲ ਜਿਹੜੀ ਮੀਟਿੰਗ ਹੋਈ ਹੈ, ਤੇ ਕੱਲ ਮੀਟਿੰਗ ਹੋ ਗਈ ਲੁਧਿਆਣੇ ਪਾਂਡੇ ਜੀ ਦੇ ਘਰੇ, ਤੇ ਉਸ ਮੀਟਿੰਗ ਦੇ ਵਿੱਚ ਵੀ ਮੈਨੂੰ ਲੱਗਦਾ ਨਵਜੋਤ ਸਿੰਘ ਸਿੱਧੂ ਵੀ ਪਹੁੰਚੇ ਆ ਤੇ ਸੁਖਪਾਲ ਖਹਿਰਾ ਵੀ ਪਹੁੰਚੇ ਆ, ਤੇ ਨਾਲ ਹੀ ਨਾਲ ਜਿਹੜਾ ਮੁੰਡੇ ਤੁਸੀਂ ਗੱਲ ਕਰ ਰਹੇ ਹੋ ਕਿ ਯੰਗ ਅਚੀਵਰ ਹੈ, ਗਿੱਦੜਬਾਹਾ ਤੋਂ ਵਿਧਾਇਕ ਆ, ਜੋ ਸੀਟ 18 ਸੀਟਾਂ ਚੋਂ ਇੱਕ ਸੀਟ ਉਹਨਾਂ ਨੂੰ ਵੀ ਮਿਲੀ ਹੈ, ਤੇ ਮੈਨੂੰ ਲੱਗਦਾ ਰਾਜਾ ਵੜਿੰਗ ਵੀ ਕਿਉਂਕਿ ਰਾਜਾ ਵੜਿੰਗ ਨੂੰ ਅਗਲਾ ਸੀਐਮ ਵੀ ਪੋਰਟਰੇਟ ਕੀਤਾ ਜਾ ਰਿਹਾ ਸੀਗਾ, ਕਹਿੰਦੇ ਨੇ ਕਿ ਆਉਣ ਵਾਲੇ ਸਾਲਾਂ 'ਚ ਤੁਸੀਂ ਸੀਐਮ ਦੇਖ ਸਕਦੇ ਹੋ, ਤਾਂ ਫਿਰ ਰਾਜਾ ਵੜਿੰਗ ਦੇ ਵਿੱਚ ਵੀ ਮੈਨੂੰ ਲੱਗਦਾ ਕਿ ਇੱਕ ਪੋਟੈਂਸ਼ੀਅਲ ਤੇ ਹੁੰਦਾ ਹੀ ਆ ਆਪਸ਼ਨ ਆ। ਜੋ ਇਸ ਵਕਤ ਜੋ ਸਾਰੀ ਸਿਆਸੀ ਗੇਮ ਸਾਹਮਣੇ ਆਈ ਸੀ, ਤਾਂ ਉਸ ਨੂੰ ਦੇਖਦੇ ਹੋਏ, ਕਿਉਂਕਿ ਐਨਾਲਿਸਿਸ ਨੇ, ਪੋਲੀਟੀਕਲ ਐਨਾਲਿਸਿਸ ਨੇ ਰੋਜ਼ ਬਦਲਦੇ ਰਹਿੰਦੇ ਨੇ, ਕੌਣ ਕਿਹਦੇ ਹੱਕ 'ਚ ਖੜਾ ਹੋ ਜਾਵੇ, ਕੌਣ ਕਿਹਦੇ ਹੱਕ 'ਚ ਬਹਿ ਜਾਵੇ, ਇਹ ਵੀ ਸਾਨੂੰ ਨਹੀਂ ਪਤਾ ਹੁੰਦਾ। ਇੱਕ ਐਨਾਲਿਸਿਸ ਨੇ ਕਿ ਜੇ ਸੁਖਪਾਲ ਖਹਿਰਾ ਜੀ ਲੀਡਰ ਆਫ ਆਪੋਜੀਸ਼ਨ ਹੁੰਦੇ ਤੇ ਸਿੱਧੂ ਸਾਹਿਬ ਹੁੰਦੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ, ਇਹ ਦੋਵੇਂ ਜਾ ਕੇ ਚੰਗੀ ਟੱਕਰ ਦੇ ਸਕਦੇ ਸੀ ਆਮ ਆਦਮੀ ਪਾਰਟੀ ਨੂੰ, ਕਿਉਂਕਿ ਇੱਕ ਸ਼ੈਡੋ ਗਵਰਨਮੈਂਟ ਦੇ ਰੂਪ ਦੇ ਵਿੱਚ ਵੀ ਤਾਂ ਆਪੋਜੀਸ਼ਨ ਚਾਹੀਦੀ ਹੈ। ਤੁਸੀਂ ਟੱਕਰ ਕਹਿੰਦੇ ਆ, ਕਿਹੜੇ ਹਿਸਾਬ ਨਾਲ ਟੱਕਰ ਕਹਿੰਦੇ ਆ? ਟੱਕਰ ਦਾ ਮਤਲਬ ਇਹ ਹੁੰਦਾ ਕਿ ਅੱਜ ਆਪੋਜੀਸ਼ਨ ਸਟਰੋਂਗ ਨਹੀਂ ਹੈ ਆਮ ਆਦਮੀ ਪਾਰਟੀ ਦੇ ਮੁਕਾਬਲੇ ਦੇ ਵਿੱਚ। ਜਿਵੇਂ ਸੈਂਟਰ ਦੇ ਵਿੱਚ ਬੀਜੇਪੀ ਹੈ, ਆਪੋਜੀਸ਼ਨ ਦੇ ਵਿੱਚ ਕੋਈ ਨਹੀਂ ਹੈ, ਇਸ ਕਰਕੇ ਉਹਨਾਂ ਦੀ ਆਪਣੀ ਮਰਜ਼ੀ ਚੱਲਦੀ ਪਈ ਆ। ਠੀਕ ਉਸੇ ਤਰ੍ਹਾਂ ਆਪਣੀ ਮਰਜ਼ੀ ਚੱਲਣ ਦਾ ਮਤਲਬ ਇਹ ਆ ਕਿ ਕਈ ਵਾਰ ਉਹ ਫੈਡਰਲ ਸਟਰਕਚਰ ਨੂੰ ਨਹੀਂ ਦੇਖ ਰਹੇ। ਸੰਵਿਧਾਨ ਦੇ ਮੁਤਾਬਿਕ ਅਸੀਂ ਕਹਿੰਦੇ ਪਏ ਆ ਕਿ ਆਪਣੀ ਮਰਜ਼ੀ ਚਲਾ ਰਹੇ ਨੇ, ਸੰਵਿਧਾਨ ਨੂੰ ਵੀ ਦੇਖਣਾ ਚਾਹੀਦਾ ਕਿ ਕਿਸ ਤਰ੍ਹਾਂ ਉਹ ਸੰਵਿਧਾਨ ਦੇ ਨਾਲ ਖੇਡਦੇ ਪਏ ਨੇ, ਫੈਡਰਲ ਸਟਰਕਚਰ ਦੇ ਨਾਲ ਖੇਡਦੇ ਪਏ ਨੇ। ਇਹ ਅਸੀਂ ਨਹੀਂ ਕਹਿੰਦੇ, ਸਾਰੇ ਮੰਨਦੇ ਪਏ ਨੇ, ਕਿਉਂਕਿ ਸਭ ਪਾਸੇ ਗੱਲਾਂ ਹੁੰਦੀਆਂ ਨੇ, ਤੇ ਗੱਲਾਂ ਦੇ ਵਿੱਚ ਕੋਈ ਗੱਲ ਹੋਏਗੀ ਤਾਂ ਇਹ ਗੱਲ ਹੁੰਦੀ, ਐਵੇਂ ਬਿਨਾਂ ਗੱਲ ਤੋਂ ਗੱਲ ਨਹੀਂ ਹੁੰਦੀ। ਦੂਜੀ ਗੱਲ ਇਹ, ਉਸੇ ਤਰ੍ਹਾਂ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਕੋਈ ਆਪੋਜੀਸ਼ਨ ਨਹੀਂ ਬਚੀ ਇਸ ਵਕਤ, ਕੋਈ ਸਟਰੋਂਗ ਨਹੀਂ। ਅਕਾਲੀ ਦਲ ਆਪਣੇ ਉਲਝਣ 'ਚ ਪਿਆ ਹੋਇਆ, ਕਾਂਗਰਸ ਆਪਣੀ ਉਲਝਣ 'ਚ ਪਈ ਹੋਈ ਆ, ਬਾਕੀ ਤਾਂ ਕੁਝ ਵਿਖਦਾ ਹੀ ਨਹੀਂ। ਅੱਛਾ, ਕਹਿੰਦੇ ਸੀ, ਚਲੋ ਆਪਾਂ ਇਸ ਮੁੱਦੇ ਤੋਂ ਥੋੜਾ ਜਿਹਾ ਹਟ ਕੇ ਕਹਿੰਦੇ ਆ ਕਿ ਆਲ ਪਾਰਟੀ ਮੀਟਿੰਗ ਦੀ ਗੱਲ ਕੀਤੀ ਜਾ ਰਹੀ ਸੀਗੀ ਕਿ ਭਾਖੜਾ ਮੈਨੇਜਮੈਂਟ ਬੋਰਡ ਦੇ ਉੱਤੇ ਆਲ ਪਾਰਟੀ ਮੀਟਿੰਗ ਬੁਲਾ ਲਈਏ, ਹੁਣ ਕੇਂਦਰ ਦੀ ਜਿਹੜਾ ਧੱਕਾਸ਼ਾਹੀ ਹੈ ਉਹਦੇ ਤੇ ਮੀਟਿੰਗ ਬੁਲਾ ਲਈਏ, ਜਿਹੜੀ ਵੀ EMPLOYMENT ਜਿਹੜੇ EMPLOYERS ਨੇ ਉਹ ਕੇਂਦਰ ਦੇ ਜਿਹੜੇ ਅੰਦਰ ਕਰ ਲਏ। ਫਿਰ ਉਸ ਤੋਂ ਬਾਅਦ ਹੁਣ ਜਿਹੜੇ ਕਹਿੰਦੇ ਕਿ ਛੋਟੇ ਛੋਟੇ ਕੰਮ ਜਿਹੜੇ ਨੇ ਉਹ ਵੀ ਕਈ ਵਾਰ ਰੋਕੇ ਜਾਂਦੇ ਨੇ, ਕਿ ਆਲ ਪਾਰਟੀ ਮੀਟਿੰਗ ਕਰਕੇ ਕਿਤੇ ਨਾ ਕਿਤੇ ਕੇਂਦਰ ਨੂੰ ਕਹਿੰਦੇ ਜਵਾਬ ਦੇਣਾ ਚਾਹੀਦਾ, ਕਿਉਂਕਿ ਪੰਜਾਬ ਦਾ ਜਿਹੜਾ ਹਿੱਸਾ ਆ ਚੰਡੀਗੜ੍ਹ, ਉਹ ਕਹਿੰਦੇ ਜੀ ਸਾਡੇ ਨਾਲ ਭਾਵਨਾਤਮਕ ਸਾਡੀ ਸਾਂਝ। ਹਰਸਿਮਰਤ ਕੌਰ ਬਾਦਲ ਵੀ ਇਹ ਕਹਿੰਦੇ ਸੀਗੇ, ਪ੍ਰਕਾਸ਼ ਸਿੰਘ ਬਾਦਲ ਨੇ ਵੀ ਇਹ ਗੱਲ ਕਹੀ, ਨਵਜੋਤ ਸਿੰਘ ਸਿੱਧੂ ਹੁਣਾਂ ਦਾ ਤਾਂ ਸ਼ਾਇਦ ਹਾਲੇ ਤੱਕ ਕੋਈ ਇਹਦੇ ਉੱਤੇ ਮੈਂ ਨਹੀਂ ਕੁਝ ਸੁਣਿਆ, ਮੈਨੂੰ ਨਹੀਂ ਪਤਾ ਕਿ ਕੋਈ ਆਇਆ ਵੀ ਨਹੀਂ ਆਇਆ, ਪਰ ਬਹੁਤ ਸਾਰੇ ਲੋਕਾਂ ਨੇ ਹੋਰ ਕਿਹਾ ਆ, ਚਾਹੇ ਉਹ ਮਾਨ ਸਾਹਿਬ ਹੋਣ, ਮੌਜੂਦਾ ਸੀਐਮ ਹੋਣ, ਚਾਹੇ ਕਾਂਗਰਸ ਦੇ ਹੋਰ ਬਹੁਤ ਸਾਰੇ ਲੀਡਰ ਜਿਹੜੇ ਨੇ ਉਹਨਾਂ ਨੇ ਵੀ ਇੱਥੇ ਗੱਲ ਕੀਤੀ ਹੈ। ਦੇਖੋ ਗੱਲ ਇਹ ਆ ਕਿ ਜਦੋਂ ਦੀ ਆਜ਼ਾਦੀ ਮਿਲੀ ਹੈ ਨਾ, ਉਸ ਤੋਂ ਬਾਅਦ ਦੇ ਹੀ ਪੰਜਾਬ ਦੇ ਮਸਲੇ ਨੇ। ਆਜ਼ਾਦੀ ਵੀ ਇਦਾਂ ਹੀ ਮਿਲੀ ਕਿ ਪੰਜਾਬ ਦਾ ਹੀ ਟੁਕੜਾ ਹੋਇਆ ਜਿਹੜਾ ਪਾਕਿਸਤਾਨ ਬਣਿਆ, ਠੀਕ ਆ। ਉਸ ਤੋਂ ਬਾਅਦ ਪੰਜਾਬ ਛੋਟਾ ਰਹਿ ਗਿਆ, ਪਾਕਿਸਤਾਨ ਬਣ ਗਿਆ। ਉਸ ਤੋਂ ਬਾਅਦ ਪੰਜਾਬੀ ਸੂਬਾ ਫਿਰ ਹੋਇਆ, ਫਿਰ ਉਸ ਤੋਂ ਬਾਅਦ ਪੰਜਾਬੀ ਬੋਲਦੇ ਇਲਾਕੇ, ਉਹਨੂੰ ਸ਼ਾਮਿਲ ਕਰਨਾ ਕਿ ਨਹੀਂ ਕਰਨਾ, ਪੰਜਾਬ ਦੇ ਪਾਣੀਆਂ ਦਾ ਮਸਲਾ, ਠੀਕ ਆ, ਚੰਡੀਗੜ੍ਹ ਦਾ ਮਸਲਾ, ਸਿੱਖ ਮਸਲੇ, ਕਿੰਨੇ ਮਸਲੇ ਨੇ। ਇਹ ਸਾਰੇ ਬੁਨਿਆਦੀ ਮਸਲੇ ਨੇ। ਇਹਨਾਂ ਬੁਨਿਆਦੀ ਮਸਲਿਆਂ ਵਾਸਤੇ ਸਿਆਸਤ ਨਹੀਂ ਖੇਡੀ ਜਾ ਸਕਦੀ। ਇਹ ਪਾਰਟੀ ਲਾਈਨ ਤੋਂ ਉੱਤੇ ਉੱਠ ਕੇ ਹਰੇਕ ਪਾਰਟੀ ਨੂੰ, ਜਿਵੇਂ ਆਲ ਪਾਰਟੀ ਮੀਟਿੰਗ ਕਹਿੰਦੇ ਹੋ ਤੁਸੀਂ, ਉਹਨਾਂ ਮੁੱਦਿਆਂ ਉੱਤੇ ਜੋ ਪੰਜਾਬ ਦੇ ਬੁਨਿਆਦੀ ਮੁੱਦੇ ਨੇ, ਜੋ ਪੰਜਾਬ ਦੀ ਪਛਾਣ ਹੈ, ਜੇ ਇਹ ਸੋਲਵ ਨਾ ਹੋਏ ਤਾਂ ਪੰਜਾਬ ਦੀ ਪਛਾਣ ਕੀ ਹੈ? ਜੇ ਪੰਜਾਬ ਸਾਡੇ ਕੋਲ ਨਹੀਂ ਤਾਂ ਸਾਡੀ ਪਛਾਣ ਕੀ ਹੈ? ਅਸੀਂ ਪੰਜਾਬ ਦੇ ਨਾਲ ਹੀ ਪਛਾਣੇ ਜਾਂਦੇ ਹਾਂ। ਤੇ ਇਹ ਪਾਰਟੀ ਲਾਈਨ ਤੋਂ ਉੱਤੇ ਉੱਠ ਕੇ ਨਾ
ਸਿਆਸਤ ਤੋਂ ਉੱਠ ਕੇ ਸਭ ਨੂੰ ਕੰਬਾਈਨ ਹੋ ਕੇ ਮਿਲ ਕੇ ਜੁੜ ਕੇ ਇਹਨਾਂ ਬੁਨਿਆਦੀ ਮਸਲਿਆਂ ਨੂੰ ਹੱਲ ਕਰਨਾ ਚਾਹੀਦਾ। ਆ ਜਿਹੜੀ ਸਿਆਸਤ ਕੁਰਸੀ ਖੇਡਦੇ ਪਏ ਹੋ ਨਾ ਆਪਸ ਦੇ ਵਿੱਚ, ਇਹ ਬਾਅਦ ਚ ਖੇਡ ਲਈਓ, ਪਹਿਲਾਂ ਆਪਣਾ ਘਰ ਤਾਂ ਬਚਾ ਲਓ। ਜੇ ਘਰ ਹੀ ਨਹੀਂ ਰਹੂਗਾ ਤੇ ਕੁਰਸੀਆਂ ਨਹੀਂ ਰਹਿਣਗੀਆਂ ਤੇ ਕਰਨਾ ਕੀ ਹੈ ਫਿਰ। ਵਾਕਈ ਗੱਲ ਤੁਹਾਡੀ ਦੁਰਸਤ ਹੈ। ਚਲੋ ਤੁਹਾਡੇ ਹੁਣ ਮਨਪਸੰਦ ਦਾ ਜਿਹੜਾ ਕਰੈਕਟਰ ਆ ਉਹਦੇ ਤੇ ਗੱਲ ਕਰ ਲੈਂਦੇ ਆ। ਸਿੱਧੂ ਸਾਹਿਬ ਤੁਸੀਂ ਸਾਡੇ ਸਾਰਿਆਂ ਦਾ ਮਨਪਸੰਦ ਕਰੈਕਟਰ ਨਹੀਂ, ਸਾਰਿਆਂ ਦਾ ਨਹੀਂ, ਮੈਂ ਤੁਸੀਂ ਸਾਰਿਆਂ ਦਾ ਨਹੀਂ ਕਹਿ ਸਕਦੇ ਤੁਹਾਡਾ। ਮੈਂ ਤੁਹਾਨੂੰ ਅਸੀਂ ਅਕਸਰ ਜਦੋਂ ਮੈਂ ਇਸ ਕਰਕੇ ਕਹਿ ਰਿਹਾ ਤੁਹਾਨੂੰ ਵੀ ਦੱਸ ਦਵਾਂ ਕਿ ਜਦੋਂ ਆਫ ਕੈਮਰਾ ਮੈਂ ਤੇ ਸੰਜੀਵ ਜੀ ਗੱਲ ਕਰਦੇ ਆ ਨਾ, ਉਦੋਂ ਵੀ ਇਹ ਸਿੱਧੂ ਸਾਹਿਬ ਦੇ ਬਾਰੇ ਬੜੀਆਂ ਗੱਲਾਂ ਕਰਦੇ ਨੇ। ਤੋ ਚਲੋ ਮੈਂ ਤਾਂ ਕਰਕੇ ਮਨਪਸੰਦ ਦਾ ਕਹਿਣਾ, ਚਲੋ ਇਹ ਨਾ ਸਮਝੋ ਕਿ ਕਿਤੇ ਉਹਨਾਂ ਦਾ ਹਿੱਸਾ ਜਾਂ ਉਹਨਾਂ ਦਾ ਪਾਸਾ ਲੈਂਦੇ ਨੇ। ਵੈਸੇ ਇਹ ਗੱਲ ਹੈ ਕਿ ਉਹਨਾਂ ਨੂੰ ਡਿਸਕਸ ਬਹੁਤ ਕਰਦੇ ਆ। ਅੱਛਾ, ਤੁਸੀਂ ਬਹੁਤ ਡਿਸਕਸ ਕਰਦੇ ਹੋ ਸਿੱਧੂ ਸਾਹਿਬ ਨੂੰ। ਕੱਲ ਬਾਈਬਲ ਕਲਾਂ ਜਿੱਥੇ ਧਰਨਾ ਲੱਗਿਆ ਹੀ ਹੋਇਆ, ਪੱਕਾ ਧਰਨਾ, ਉੱਥੇ ਪਹੁੰਚਦੇ ਨੇ ਤੇ ਫਿਰ ਇੱਕ ਵਾਰ ਤੋਂ ਉਹੀ ਵੱਡੀਆਂ ਗੱਲਾਂ ਕਿ ਮੈਂ ਆਹ ਕਰ ਦੂੰਗਾ, ਪੰਜਾਬ ਦੇ ਨਾਲ ਆਹ ਕੀਤਾ, ਮੇਰੇ ਗੁਰੂ ਦੀ ਬੇਅਦਬੀ ਹੋਈ ਹੈ। ਪਰ ਸਿਸਟਮ ਦੇ ਵਿੱਚ ਰਹਿ ਕੇ ਤੁਸੀਂ ਸਿਸਟਮ ਦੇ ਨਾਲ ਲੜ ਨਹੀਂ ਸਕੇ। ਸਿਸਟਮ ਤੋਂ ਬਾਅਦ ਹੋ ਕੇ ਹੁਣ ਤੁਸੀਂ ਹਾਲੇ ਜੁਮਾ ਇੱਕ ਹਫ਼ਤਾ ਹੋਇਆ ਸਰਕਾਰ ਨੂੰ, ਤੁਸੀਂ ਉਹਦੇ ਤੋਂ ਸਵਾਲ ਪੁੱਛ ਰਹੇ ਵੀ ਕਿੰਨੀ ਹੋਰ ਦੇਰ, ਕਿ ਬਹੁਤ 10 ਦਿਨਾਂ ਦੇ ਵਿੱਚ ਤੁਹਾਨੂੰ ਰਿਜ਼ਲਟ ਦੇ ਦੇਵੇ ਜਿਹੜਾ ਤੁਸੀਂ 5 ਸਾਲਾਂ 'ਚ ਰਿਜ਼ਲਟ ਨਹੀਂ ਦੇ ਸਕੇ। ਜਦੋਂ ਦੀ ਆਜ਼ਾਦੀ ਮਿਲੀ ਹੈ ਮੈਕਸਿਮਮ ਤੁਸੀਂ ਦੇਖੋ ਸੈਂਟਰ ਗਵਰਨਮੈਂਟ ਕਾਂਗਰਸ ਦੀ ਰਹੀ, ਬਹੁਤ ਤਰੱਕੀ ਕੀਤੀ ਹੈ, ਬਹੁਤ ਕੁਝ ਬਣਿਆ। ਪੰਜਾਬ ਦੇ ਵਿੱਚ ਵੀ ਰਹੇ ਨੇ, ਬਹੁਤ ਤਰੱਕੀ ਕੀਤੀ, ਬਹੁਤ ਕੁਝ ਬਣਿਆ। ਅਕਾਲੀ ਗਵਰਨਮੈਂਟ ਨੇ ਐਡਾ ਵਧੀਆ ਇਨਫਰਾਸਟ੍ਰਕਚਰ ਬਣਾਇਆ ਹੈ, ਰੋਡਸ ਕਿੰਨੀਆਂ ਫਸਟ ਕਲਾਸ ਨੇ। ਜਿਹੜੇ ਕੰਮ ਵਧੀਆ ਨੇ ਉਹ ਵਧੀਆ ਨੇ। ਬਾਕੀ ਤੁਸੀਂ ਕਹੋ ਕਿ ਤਲੀ ਤੇ ਸਰੋਂ ਜੰਮ ਜਾਏ, ਉਹ ਤਾਂ ਹੋ ਨਹੀਂ ਸਕਦਾ, ਠੀਕ ਹੈ ਨਾ। ਬਾਕੀ ਸਿੱਧੂ ਸਾਹਿਬ ਹਮੇਸ਼ਾ ਕਹਿੰਦੇ ਰਹੇ ਨੇ ਜਾਂ ਸਿਸਟਮ ਰਹੂਗਾ ਜਾਂ ਸਿੱਧੂ ਰਹੂਗਾ। ਹੁਣ ਸਿਸਟਮ ਤਾਂ ਸਿਸਟਮ ਆਪਣੀ ਥਾਂ ਤੇ, ਹੁਣ ਸਿੱਧੂ ਸਾਹਿਬ ਦਾ ਪਤਾ ਨਹੀਂ ਉਹਨਾਂ ਨੇ ਕਿੱਦਾਂ ਰਹਿਣਾ ਤੇ ਕੀ ਕਰਨਾ ਹੈ। ਇਹ ਤਾਂ ਹੁਣ ਸਿੱਧੂ ਸਾਹਿਬ ਨੂੰ ਪਤਾ ਹੋਊਗਾ। ਸਿਸਟਮ ਨੇ ਤਾਂ ਆਪਣਾ ਪਾਸਾ ਚੁਣ ਲਿਆ ਸੀਗਾ, ਹੁਣ ਸਿੱਧੂ ਸਾਹਿਬ ਨੂੰ ਚੁਣਨ ਦੀ ਵਾਰੀ। ਦੇਖੋ ਗੱਲ ਇਹ ਹੈ ਨਾ, ਸਿਸਟਮ ਨੂੰ ਬਦਲਣਾ ਪੈਣਾ। ਬਦਲਣਾ ਕਿੱਦਾਂ ਪੈਣਾ ਕਿ ਹੁਣ ਜਿਹੜੀ ਚੀਜ਼ ਪੁਰਾਣੀ ਹੋ ਜਾਵੇ, ਜਿਹਦੇ 'ਚ ਰਿਪੇਅਰ ਦੀ ਲੋੜ ਹੋਵੇ ਜਾਂ ਜਿਹਨੂੰ ਆਪਾਂ ਕਹਿੰਦੇ ਹਾਂ ਰੀਹੋਲਿੰਗ ਦੀ ਲੋੜ ਹੋਵੇ, ਉਹਦਾ ਜ਼ਰੂਰੀ ਤੌਰ ਤੇ ਕਰਨੀ ਪੈਣੀ ਆ। ਕਿਉਂਕਿ ਕਈ ਨਿਯਮ ਅਸੀਂ ਦੇਖਦੇ ਹਾਂ ਪੁਰਾਣੇ ਨੇ, ਜਿਹੜੇ ਠੀਕ ਨੇ, ਫਿੱਟ ਹੁੰਦੇ ਨੇ, ਉਹ ਤਾਂ ਠੀਕ ਆ, ਪਰ ਜਿਹੜੇ ਫਿੱਟ ਨਹੀਂ ਹੁੰਦੇ, ਕਿਉਂਕਿ ਆਫਟਰ ਆਲ ਜਦੋਂ ਅਸੀਂ ਗੁਲਾਮ ਸੀ, ਕੁਝ ਸਿਸਟਮ ਸੀ ਗੁਲਾਮਾਂ ਵਾਸਤੇ ਬਣਾਏ ਗਏ ਸੀ। ਹੁਣ ਤਾਂ ਅਸੀਂ ਗੁਲਾਮ ਨਹੀਂ ਨਾ ਹੈਗੇ, ਹੁਣ ਉਹ ਗੁਲਾਮੀ ਵਾਲੀ ਗੱਲ ਕੱਢ ਦਈਏ। ਅੱਜ ਵੀ ਤੁਸੀਂ ਦੇਖੋ ਮੈਂਟੈਲਿਟੀ ਉਹੀ ਹੋਇਆ, ਜੋ ਕੋਈ ਆਫਿਸਰ ਆ ਜਾਏਗਾ, ਓਏ ਸਾਹਿਬ ਆ ਗਏ, ਕੀ ਹੋਇਆ? ਇਹ ਸਾਹਿਬ ਨੂੰ ਸਾਹਿਬ ਮੈਨੂੰ ਇਹਦੇ ਮੁੱਦੇ ਤੋਂ ਭਟਕੇ ਨਾ, ਆਪਾਂ ਸਿੱਧੂ ਦੀ ਗੱਲ ਕਰੀਏ ਕਿ ਸਿੱਧੂ ਸਾਹਿਬ ਆ ਰਿਹਾ, ਇਹ ਸਾਹਿਬ ਨੂੰ ਸਾਹਿਬ ਕਿਹਨੇ ਬਣਾਇਆ? ਅਸੀਂ ਬਣਾਇਆ। ਨੇਤਾ ਸਾਹਿਬ ਆ ਗਏ, ਲੀਡਰ ਸਾਹਿਬ ਆ ਗਏ, ਪਿੱਛੇ ਹਟ ਜਾਓ। ਇਹਨੂੰ ਲੀਡਰ ਕਿਹਨੇ ਬਣਾਇਆ? ਅਸੀਂ ਬਣਾਇਆ ਵੋਟਾਂ ਕਰਕੇ। ਸੋ ਉਹੀ ਚੀਜ਼ ਆ। ਮਤਲਬ ਇਹ ਆ ਕਿ ਉਹ ਮੈਂਟੈਲਿਟੀ ਹਟਾਉਣੀ ਚਾਹੀਦੀ, ਜਿਹੜਾ ਸਿਸਟਮ ਚੇਂਜ ਕਰਨ ਦੀ ਗੱਲ ਹੈ। ਸਭ ਤੋਂ ਪਹਿਲਾਂ ਤਾਂ ਸੋਚ ਹਟਾਓ ਨਾ ਉਹ ਵਾਲੀ। ਪਰ ਤੁਸੀਂ ਦੇਖੋ ਨਾ, ਸਿੱਧੂ ਸਾਹਿਬ ਮੈਨੂੰ ਕਦੇ ਇਹ ਲੱਗਦੇ ਹੁੰਦੇ ਕਿ ਗੱਲਾਂ ਦਾ ਕੜਾਹ ਹੀ ਬਣਾਉਣਾ ਤੇ ਮਿੱਠਾ ਥੋੜਾ ਹੀ ਕਿਉਂ ਪਾਉਣਾ ਵਾਲਾ ਹਿਸਾਬ ਆ, ਕਿ ਅਕਸਰ ਉਹਨਾਂ ਤੋਂ ਸਵਾਲ ਜਵਾਬ ਕਰਦੇ ਰਹੋ ਤੇ ਉਹ ਵਾਅਦੇ ਬਹੁਤ ਵੱਡੇ ਕਰ ਦਿੰਦੇ, ਪਰ ਜਦੋਂ ਸਿਸਟਮ 'ਚ ਹੁੰਦੇ ਫਿਰ ਉਹਨਾਂ ਕੋਲ ਸਿਸਟਮ ਨਾਲ ਲੜਿਆ ਨਹੀਂ ਜਾਂਦਾ। ਗੱਲ ਇਹ ਹੈ ਨਾ, ਲੋਕਾਂ ਨੇ ਐਕਸੈਪਟ ਕੀਤਾ, ਲੋਕਾਂ ਨੇ ਹਰਾ ਦਿੱਤਾ, ਠੀਕ ਹੈ। ਮਜੀਠੀਆ ਸਾਹਿਬ ਨੂੰ ਵੀ ਹਰਾ ਦਿੱਤਾ। ਆਮ ਆਦਮੀ ਪਾਰਟੀ ਦੇ ਇੱਕ ਅਨਨੋਨ ਜਿਹਾ ਬੰਦਾ ਜਿਹਨੂੰ ਅਸੀਂ ਨਹੀਂ ਜਾਣਦੇ, ਉਹ ਸਾਹਮਣੇ ਆ ਗਿਆ। ਜਦੋਂ ਪਬਲਿਕ ਨੇ ਐਕਸੈਪਟ ਨਹੀਂ ਕੀਤਾ ਤੇ ਹੁਣ ਤੁਸੀਂ ਜਿੰਨੀਆਂ ਮਰਜ਼ੀ ਗੱਲਾਂ ਕਰੀ ਜੋ, ਸਿਸਟਮ ਤੋਂ ਬਾਹਰ ਰਹਿ ਕੇ ਤੁਸੀਂ ਕੀ ਕਰ ਸਕਦੇ ਹੋ? ਸੋਸ਼ਲ ਸਰਵਿਸ ਹੀ ਕਰ ਸਕਦੇ ਹੋ, ਜਾਂ ਫਿਰ ਉਂਗਲਾਂ ਚੁੱਕ ਸਕਦੇ ਹੋ ਗਵਰਨਮੈਂਟ ਦੇ ਉੱਤੇ, ਹੋਰ ਤਾਂ ਕੁਝ ਨਹੀਂ ਕਰ ਸਕਦੇ। 5 ਇਅਰਸ ਵਾਸਤੇ ਤੁਸੀਂ ਬਾਹਰ ਹੋ, ਯੂ ਆਰ ਆਊਟ ਆਫ ਪਾਵਰ। ਹੁਣ ਜਿਹੜੇ ਬੰਦੇ ਕੰਮ ਕਰ ਰਹੇ ਨੇ ਨਾ, ਉਹਨਾਂ ਨੂੰ ਕੰਮ ਕਰ ਲੈਣ ਦਿਓ, ਉਹਨਾਂ ਨੂੰ ਨਾ ਤੰਗ ਕਰੋ। ਵਾਕਈ ਚਲੋ ਉਮੀਦ ਕਰਦੇ ਆ ਕਿ ਕੰਮ ਕਰ ਲੈਣ ਦੇਈਏ ਜਿਹੜੇ ਕੰਮ ਕਰਦੇ ਨੇ, ਪਰ ਕੰਮ ਚੰਗੇ ਹੋਣ। ਇਸ ਲਈ ਤੁਹਾਨੂੰ ਉਹਦੇ ਤੇ ਪ੍ਰੈਸ਼ਰ ਗਰੁੱਪ ਵਾਂਗੂ ਕੰਮ ਕਰਨ ਦੀ ਲੋੜ ਆ, ਜਿਹੜੇ ਤੁਸੀਂ ਦੇਖ ਰਹੇ ਹੋ। ਸਾਨੂੰ ਦਿਓ ਇਜਾਜ਼ਤ, ਦੇਖਦੇ ਰਹੋ ਪੰਜਾਬ ਮੇਲ USA TV। ਧੰਨਵਾਦ, ਸਤਿ ਸ਼੍ਰੀ ਅਕਾਲ ਜੀ।